ਦਲੀਲ ਵਿੱਚ ਤੁਹਾਡਾ ਸਵਾਗਤ ਹੈ ਤੇ ਮੈਂ ਹਾਂ ਐਸਪੀ ਸਿੰਘ। ਸਮਕਾਲੀ ਸਮਿਆਂ ਵਿੱਚ ਜਿਹੋ ਜਿਹੇ ਸਮੇਂ ਨੂੰ ਇਨਕਲਾਬੀ ਆਖਿਆ ਜਾ ਸਕਦਾ ਹੈ, ਉਹੋ ਜਿਹੇ ਇਨਕਲਾਬੀ ਸਮਿਆਂ ਵਿੱਚ ਅੱਜ ਜੀ ਰਹੇ ਹਾਂ। ਪੰਜਾਬੀ ਮਨੁੱਖ ਇੱਕ ਘੋਲ ਵਿੱਚੋਂ ਲੰਘ ਰਿਹਾ। ਪਰਖ ਦੀਆਂ ਘੜੀਆਂ ਹਨ, ਸੰਕਟ ਦੀਆਂ ਘੜੀਆਂ ਹਨ। ਇਨਕਲਾਬੀ ਸਮੇਂ ਹਮੇਸ਼ਾ ਪਰਖ ਦੇ ਸੰਕਟ ਦੇ ਸਮੇਂ ਹੁੰਦੇ ਹਨ। ਇਹੀ ਆਸ ਦੇ ਸਮੇਂ ਵੀ ਹੁੰਦੇ ਹਨ ਤੇ ਥਿੜਕ ਜਾਣ ਦੇ ਸਮੇਂ ਵੀ ਹੁੰਦੇ ਹਨ। ਅਜਿਹੇ ਸਮਿਆਂ ਵਿੱਚ ਜਦੋਂ ਲੋਕ ਸੰਘਰਸ਼ ਠਾਠਾ ਮਾਰ ਰਿਹਾ ਹੈ, ਇਹਨੇ ਸਸਟੇਨ ਕੀਤਾ, 8 ਮਹੀਨੇ ਹੋ ਗਏ ਨੇ ਅੱਜ, ਅੰਦੋਲਨ ਨੇ ਖੜੇ ਹੋਣ, ਅੱਗੇ ਵਧਣ, ਅੜ ਜਾਣ ਵਾਲੀ ਸਿਫਤ ਦਿਖਾਈ ਹੈ। ਜੋਸ਼ ਤੇ ਸੰਜਮ ਦੀਆਂ ਪਾਰੀਆਂ ਚੱਲਣ ਵਾਲੀ ਜੁਗਤ ਦਾ ਮੁਜ਼ਾਹਰਾ ਕੀਤਾ। ਤਾਂ ਇਹਨਾਂ ਸਮਿਆਂ ਵਿੱਚ ਉਹ ਅੰਦੋਲਨਾਂ ਦੀ ਨਿਰਖ ਪਰਖ ਕਰਨ ਵਾਲੇ, ਕਿਹੜੇ ਰਾਹ ਠੀਕ ਨੇ, ਕਿਹੜੇ ਪੰਥ ਗਲਤ ਦੱਸਣ ਵਾਲੇ, ਉਹ ਅੱਜ ਕਿੱਥੇ ਖੜੇ ਨੇ? ਇਹੀ ਕੰਮ ਹੈ ਨਾ ਸਾਡੇ ਬੁੱਧੀਜੀਵੀਆਂ ਦਾ। ਸਾਨੂੰ ਅਤੀਤ ਬਾਰੇ ਦੱਸਣ, ਨਿਤਾਰੇ ਕਰਨ, ਭਵਿੱਖ ਲਈ ਤਿਆਰ ਕਰਨ, ਅਤੇ ਜੇ ਸਫਲ ਜਾਂ ਅਸਫਲ ਹੋ ਗਏ ਤਾਂ ਇਹ ਸਮਝਾਉਣ ਲਈ ਕਿ ਕਿੱਥੇ ਚਾਲ ਗਲਤ ਚੱਲੀ, ਕਿੱਥੇ ਬਾਜ਼ੀ ਕਿਉਂ ਜਿੱਤੀ। ਦੈਟਸ ਵਾਟ ਇੰਟਲੈਕਚੁਅਲਸ ਡੂ। ਅੱਜ ਜ਼ਮੀਨ 'ਤੇ ਘੋਲ ਹੈ, ਰਾਜਨੀਤੀ ਵਿੱਚ ਤੂਫਾਨ ਹੈ, ਸਾਹਮਣੇ ਸੱਤਾ ਦਾ ਘੋਲ ਆ ਰਿਹਾ ਅਤੇ ਪੁਨਰ ਜਾਗ੍ਰਿਤੀ ਦੀ ਇੱਕ ਲਹਿਰ ਤਾਰੀ ਹੈ। ਇਸ ਸਭ ਦੇ ਵਿੱਚ ਸਾਡਾ ਬੁੱਧੀਜੀਵੀ ਕਿੱਥੇ ਖੜਾ ਹੈ? ਹਾਊ ਇਜ਼ ਦਾ ਇੰਟਲੈਕਚੁਅਲ ਰਿਲੇਟਿਡ ਟੂ ਦਾ ਸੋਸਾਇਟੀ? ਸਾਡੇ ਨਾਲ, ਲੋਕਾਂ ਨਾਲ, ਲੋਕ ਸਰੋਕਾਰਾਂ ਨਾਲ, ਘੋਲ ਨਾਲ, ਸਾਡੇ ਭਵਿੱਖ ਨਾਲ ਅਤੇ ਅਤੀਤ ਬਾਰੇ ਸਮਝ ਨਾਲ ਬੁੱਧੀਜੀਵੀ ਸਾਡੀ ਕਿਵੇਂ ਮਦਦ ਕਰ ਰਿਹਾ ਜੁੜਨ ਦੀ, ਭਿੜਨ ਦੀ, ਨਿਭਣ ਦੀ? ਇਸ ਸਭ ਬਾਰੇ ਚਰਚਾ ਕਰਨ ਲਈ ਅੱਜ ਸਾਡੇ ਨਾਲ ਜੁੜ ਰਹੇ ਨੇ ਪ੍ਰੋਫੈਸਰ ਰਾਜੇਸ਼ ਸ਼ਰਮਾ ਜੀ। ਪੰਜਾਬੀ ਯੂਨੀਵਰਸਿਟੀ ਦੇ ਨਾਲ ਵਾਬਸਤਾ ਨੇ, ਅੰਗਰੇਜ਼ੀ ਦੇ ਸ਼ੋਬੇ ਨਾਲ ਵਾਬਸਤਾ ਨੇ। ਪ੍ਰੋਫੈਸਰ ਰਾਜੇਸ਼ ਸ਼ਰਮਾ ਇੱਕ ਤਾਂ ਅਜਿਹੀ ਯੂਨੀਵਰਸਿਟੀ ਤੋਂ ਆਉਂਦੇ ਨੇ ਜਿਹੜੀ ਪੰਜਾਬ ਦੇ ਵਿੱਚ ਬੁੱਧੀਜੀਵੀਆਂ ਲਈ ਬੜੀ ਜ਼ਰਖੇਜ਼ ਭੂਮੀ ਮੰਨੀ ਗਈ ਹੈ। ਪੰਜਾਬ ਦੇ ਸਾਡੀ ਪੰਜਾਬ ਬਾਰੇ ਸਮਝ ਉੱਤੇ, ਜ਼ੁਬਾਨ ਨਾਲ ਸਾਡੇ ਰਿਸ਼ਤੇ ਬਾਰੇ 70ਵੇਂ 80ਵੇਂ ਵਿੱਚ ਇਸ ਯੂਨੀਵਰਸਿਟੀ ਨੇ ਜਿਹੜਾ ਕੰਮ ਕੀਤਾ, ਅੱਜ ਵੀ ਬਹੁਤ ਸਾਰੇ ਜਿਹੜੀ ਬੁੱਧੀਜੀਵਿਕਾ ਉਹਦੇ ਉੱਤੇ ਹੀ ਨਿਭ ਰਹੀ ਹੈ। ਪ੍ਰੋਫੈਸਰ ਰਾਜੇਸ਼ ਸ਼ਰਮਾ ਖੁਦ ਵੀ ਕਿਉਂਕਿ ਸਾਹਿਤ ਨਾਲ ਸੰਬੰਧਿਤ ਨੇ, ਰਾਜਨੀਤੀ, ਕਲਚਰ, ਇਹਨਾਂ ਦੇ ਆਪਸੀ ਸੰਬੰਧ, ਇੰਟਰਕਨੈਕਸ਼ਨਸ ਬਾਰੇ ਲਿਖਦੇ ਨੇ, ਕਵੀ ਵੀ ਨੇ, ਉਲਥਾਕਾਰ ਵੀ ਨੇ, ਬਹੁਤ ਸਾਰੀਆਂ ਚੀਜ਼ਾਂ ਟਰਾਂਸਲੇਟ ਵੀ ਕਰਦੇ ਨੇ। ਸੋ ਬੁੱਧੀਜੀਵੀਆਂ ਦੇ ਰੋਲ ਬਾਰੇ ਮੈਂ ਹੁਣ ਇਹ ਨਹੀਂ ਕਹਿ ਸਕਦਾ ਕਿ ਇਹ ਇਨਸਾਈਡਰ ਨੇ ਕਿ ਕਿੰਨੀ ਕੁ ਓਬਜੈਕਟਿਵਿਟੀ ਹੈ, ਬਾਹਰੋਂ ਖੜ ਕੇ ਦੇਖਣਗੇ, ਪਰ ਇੱਥੇ ਸਮਝਾਉਣ ਵਿੱਚ ਸਾਡੀ ਮਦਦ ਕਰਨ ਲਈ ਹਾਜ਼ਰ ਨੇ। ਸਾਡੇ ਨਾਲ ਜੁੜ ਰਹੇ ਨੇ ਡਾਕਟਰ ਸੁਮੇਲ ਸਿੰਘ ਸਿੱਧੂ ਜੀ। ਡਾਕਟਰ ਸੁਮੇਲ ਸਿੰਘ ਸਿੱਧੂ ਇਤਿਹਾਸਕਾਰ ਨੇ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਤਾਲਿਬ ਇਲਮ ਰਹੇ ਨੇ। ਇਹ ਵੀ ਉਹ ਯੂਨੀਵਰਸਿਟੀ ਹੈ ਇਸ ਦੇਸ਼ ਦੇ ਵਿੱਚ ਜਿਹਨੇ ਖੈਰ ਇੰਟਲੈਕਚੁਅਲਿਜ਼ਮ ਦੀ ਕਾਫੀ ਸਮਾਂ 'ਤੇ ਮੋਨੋਪਲੀ ਵੀ ਰੱਖੀ ਹੋਈ ਹੈ। ਇੱਦਾਂ ਲੱਗਦਾ ਸੀ ਜਿੱਦਾਂ ਇਹ ਇੰਟਲੈਕਚੁਅਲ ਪੈਦਾ ਕਰਨ ਲਈ ਇੱਕ ਯੂਨੀਵਰਸਿਟੀ ਬਣੀ ਹੋਈ ਹੈ। ਵੈਸੇ ਇਹਦੇ 'ਤੇ ਹੁਣ ਬਹੁਤ ਸਾਰੇ ਸਵਾਲ ਵੀ ਆ ਰਹੇ ਨੇ। ਡਾਕਟਰ ਸੁਮੇਲ ਸਿੰਘ ਸਿੱਧੂ ਇੱਕ ਲੰਬੇ ਸਮੇਂ ਤੋਂ ਪੰਜਾਬ ਦੇ ਵਿੱਚ ਜਿਹੜੀ ਜੁਝਾਰੂ ਵਿਚਾਰਕ ਪਰੰਪਰਾ ਹੈ ਉਸ ਦੇ ਅਤੀਤ ਨੂੰ ਪੜ੍ਹਦੇ ਆ ਰਹੇ ਨੇ। ਉਹ ਕਿੱਥੇ ਥਿੜਕੀ ਹੈ ਇਸ ਬਾਰੇ ਗੱਲ ਕਰਦੇ ਆ ਰਹੇ ਨੇ ਅਤੇ ਇੱਕ ਨਵੀਂ ਕੋਈ ਜੁਗਤ ਕਿਵੇਂ ਕੀਤੀ ਜਾਵੇ, ਇੱਕ ਨਵੇਂ ਤਰੀਕੇ ਨਾਲ ਸੰਕਲਪ ਸਾਜ਼ੀ ਕਿਵੇਂ ਹੋਏ ਕਿ ਪੰਜਾਬੀ ਮਨੁੱਖ ਦਾ ਖਾਸਾ, ਇਹਦੀ ਜਿਹੜੀ ਇਤਿਹਾਸਿਕ ਡੈਸਟੀਨੀ ਹੈ, ਉਹ ਉੱਭਰ ਕੇ ਸਾਹਮਣੇ ਆਵੇ। ਮੈਂ ਇਸ ਡਿਬੇਟ ਦੇ ਵਿੱਚ ਬੁਲਾਉਣ ਲੱਗਿਆ ਇਹਨਾਂ ਦੀ ਉਸ ਮੁਸ਼ੱਕਤ ਦਾ ਵੀ ਧਿਆਨ ਰੱਖਿਆ ਜਿਸ ਵੇਲੇ ਜਸਵੰਤ ਸਿੰਘ ਕੰਵਲ ਹਰਾਂ ਦੇ 100 ਸਾਲ ਬੀਤਣ ਦੇ ਉੱਤੇ ਜਿਵੇਂ ਇੱਕ ਪੂਰੇ 5 ਦਿਨਾਂ ਤੱਕ ਸਾਰੀ ਸਾਡੀ ਅੱਜ ਤੱਕ ਦੀ ਸਮਝ ਨੂੰ ਰਿੜਕਿਆ ਗਿਆ, ਮੰਥਨ ਕੀਤਾ ਗਿਆ ਕਿ ਅਸੀਂ ਜੇ ਅੱਜ ਖੜ੍ਹੇ ਹਾਂ ਇਸ ਮੁਹਾਨੇ 'ਤੇ ਤਾਂ ਕਿੱਥੇ ਡੱਕੇ ਡੋਲੇ ਖਾਂਦੇ ਆਏ ਹਾਂ, ਕਿੱਥੋਂ ਧੱਕੇ ਖਾਦੇ ਨੇ, ਕਿਹੜੀ ਅੱਗੇ ਕੋਈ ਰਾਹ ਨਿਕਲਦੀ ਹੈ, ਕੋਈ ਆਸ ਦੀ ਕਿਰਨ ਜਾਪਦੀ ਹੈ। ਉਸ ਐਕਸਰਸਾਈਜ਼ ਦੇ ਵਿੱਚ ਜਿਵੇਂ ਅੱਗੇ ਹੋ ਕੇ ਇਹਨਾਂ ਨੇ ਮੋਹਰੀ ਰੋਲ ਨਿਭਾਇਆ ਸੀ, ਜਿਹਦੇ ਵਿੱਚ ਪੰਜਾਬ ਦੇ ਸਰਕਾਰ ਦਾ ਇੰਟਲੈਕਚੁਅਲਸ ਨੇ ਹਿੱਸਾ ਲਿਆ ਸੀ। ਉਸ ਤੋਂ ਬਾਅਦ ਮੈਨੂੰ ਲੱਗਦਾ ਕਿ ਇਸ ਕਿਸਮ ਦੇ ਡਿਬੇਟ ਦੇ ਵਿੱਚ ਇਹਨਾਂ ਦਾ ਹੋਣਾ ਜ਼ਰੂਰੀ ਸੀ। ਬਟ ਪ੍ਰੋਫੈਸਰ ਰਾਜੇਸ਼ ਸ਼ਰਮਾ, ਹੂ ਇਜ਼ ਐਨ ਇੰਟਲੈਕਚੁਅਲ? ਬੁੱਧੀਜੀਵੀ ਕਹਿੰਦੇ ਕਿਸ ਨੂੰ ਨੇ? ਯੂਨੀਵਰਸਿਟੀ ਵਿੱਚ ਪ੍ਰੋਫੈਸਰ ਲੱਗ ਜਾਣ ਜਿਹੜੇ ਲੋਕ, ਉਹ ਸਾਰੇ ਬੁੱਧੀਜੀਵੀ ਹੁੰਦੇ ਨੇ। ਬਹੁਤ ਸਮੇਂ ਤੋਂ ਬੁੱਧੀਜੀਵੀਆਂ ਦੇ ਉੱਤੇ ਯੂਨੀਵਰਸਿਟੀਆਂ ਨੇ ਕਬਜ਼ਾ ਜਮਾਇਆ ਹੋਇਆ ਵੀ ਅਸੀਂ ਬੁੱਧੀਜੀਵੀ ਪੈਦਾ ਕਰਦੇ ਹਾਂ। ਹਾਊ ਫਾਰ ਇਜ਼ ਦੈਟ ਟਰੂ? ਦੇਖੋ, ਬੁੱਧੀਜੀਵੀ ਅੱਜ ਕੱਲ੍ਹ ਤਾਂ ਦੋ ਤਰ੍ਹਾਂ ਦੇ ਹੁੰਦੇ, ਇੱਕ ਤਾਂ ਕਿਰਾਏ ਦੇ, ਇੱਕ ਆਜ਼ਾਦ। ਆਜ਼ਾਦ ਬੁੱਧੀਜੀਵੀ ਸ਼ਾਇਦ ਉਹਨੂੰ ਕਹਿ ਸਕਦੇ ਹਾਂ ਕਿ ਜਿਹੜਾ ਸੋਚਣ ਲਈ ਜੀਂਦਾ ਹੈ, ਅਤੇ ਜਿਹੜਾ ਕਿਰਾਏ ਦਾ ਬੁੱਧੀਜੀਵੀ ਹੈ ਉਹ ਇਹ ਸੋਚ ਕੇ ਉਹਨੂੰ ਵੇਚਦਾ ਮੰਡੀ 'ਚ। ਸੋ ਕਿਸੇ ਪ੍ਰੋਫੈਸ਼ਨਲ ਡਿਸਿਪਲਿਨ ਦੇ ਵਿੱਚ ਆਪਣੀ ਕੋਈ ਥਾਂ ਰੱਖਣਾ ਉਹ ਇੰਟਲੈਕਚੁਅਲ ਹੋਣਾ ਮੇਰੇ ਖਿਆਲ 'ਚ ਨਹੀਂ। ਇੰਟਲੈਕਚੁਅਲ ਹੋਣ ਦਾ ਮਤਲਬ ਹੈ ਕਿ ਆਊਟਸਾਈਡਰ ਹੋਣਾ,
ਔਰ ਆਊਟਸਾਈਡਰ ਹੋਣ ਦਾ ਮਤਲਬ ਹੈ ਕਿ ਤੁਸੀਂ ਅਵੇਲੇਬਲ ਪੋਜੀਸ਼ਨਸ ਤੋਂ ਹਟ ਕੇ ਸੋਚਦੇ ਹੋ। ਸੋ ਜਦੋਂ ਅਸੀਂ ਸੁਕਰਾਤ ਦੀ ਗੱਲ ਕਰਦੇ ਹਾਂ ਨਾ ਕਿ ਸੁਕਰਾਤ ਸਟੇਟ ਨਾਲ ਫਸ ਗਿਆ, ਦਰਅਸਲ ਮੈਨੂੰ ਲੱਗਦਾ ਕਿ ਸੁਕਰਾਤ ਤਾਂ ਆਪਣੇ ਰਸਤੇ ਤੁਰਿਆ ਆਇਆ ਸੀ, ਫਿਲਾਸਫੀ ਤੇ ਕੰਮ ਕਰਦਾ ਸੀ, ਪੜ੍ਹਦਾ ਸੀ, ਸੋਚਦਾ ਸੀ, ਜਿਹਨੂੰ ਸੱਚ ਕਹਿੰਦਾ ਸੀ ਉਹਨੂੰ ਲੱਭ ਰਿਹਾ ਸੀ। ਸਟੇਟ ਤਾਂ ਰਸਤੇ 'ਚ ਆ ਗਈ ਉਹਦੇ। ਸੋ ਇੰਟੈਲੈਕਚੁਅਲ ਦਰਅਸਲ ਮੈਂ ਉਸ ਗੱਲ ਨਾਲ ਸਹਿਮਤ ਨਹੀਂ ਕਿ ਪੋਜੀਸ਼ਨ ਲੈ ਕੇ ਹੀ ਗੱਲ ਕਰਦਾ ਹੈ। ਪੋਜੀਸ਼ਨਾਂ ਤੋਂ ਬਾਹਰ ਦੇਖਣਾ, ਉਹਨਾਂ ਤੋਂ ਪਰੇ ਹਟ ਕੇ ਫਿਰ ਜੇ ਲੋੜ ਪਏ ਤਾਂ ਪੋਜੀਸ਼ਨ ਲੈਣਾ, ਕਈ ਵਾਰੀ ਐਸੀ ਪੋਜੀਸ਼ਨ ਲੈਣੀ ਜਿਹੜੀ ਡਿਫਾਈਨਡ ਹੀ ਨਹੀਂ ਹੈ, ਉਹ ਇੰਟੈਲੈਕਚੁਅਲ ਹੋ ਸਕਦਾ ਹੈ। ਸੁਹੇਲ, ਦੇਖੋ ਇੱਕ ਅਸੀਂ ਗੱਲ ਕਰ ਰਹੇ ਸੀ ਕਿ ਇੱਕ ਤਾਂ ਕਿਸਾਨ ਅੰਦੋਲਨ ਚੱਲ ਰਿਹਾ। ਕਿਸਾਨ ਅੰਦੋਲਨ ਘੋਲ ਹੈ ਆਪਣੇ ਆਪ ਦੇ ਵਿੱਚ, ਕੰਟੈਂਪਰੇਰੀ ਸਮਿਆਂ ਦੇ ਵਿੱਚ ਇਨਕਲਾਬ ਦੀਆਂ ਸ਼ਕਲਾਂ ਇਹੋ ਜਿਹੀਆਂ ਹੀ ਨੇ ਜਦੋਂ ਸ਼ੁਰੂ ਹੁੰਦਾ। ਇੱਕ ਉਹਦੇ ਨਾਲ ਰਿਨਾਇਜ਼ਾਂ ਦੀ ਗੱਲ ਹੋ ਰਹੀ ਹੈ, ਇੱਕ ਪੁਨਰ ਜਾਗ੍ਰਿਤੀ ਦੀ ਗੱਲ ਹੋ ਰਹੀ ਹੈ। ਲੋਕ ਜੇ ਘੋਲ ਨਾਲ ਜੁੜੇ ਨੇ ਜਾਂ ਘੋਲ ਦੇ ਵਿਰੁੱਧ ਖੜੇ ਨੇ ਤਾਂ ਉਹ ਐਟਲੀਸਟ ਆਪਣੀ ਪੋਜੀਸ਼ਨ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਨੇ, ਆਪਣੀ ਸਮਝ ਦੇ ਦਾਇਰੇ ਨੂੰ ਵਸੀ ਕਰਨਾ ਚਾਹ ਰਹੇ ਨੇ। ਪੜ੍ਹਿਆ ਬਹੁਤ ਜਾ ਰਿਹਾ ਹੈ, ਪਿੰਡਾਂ ਦੇ ਵਿੱਚ ਲਾਇਬ੍ਰੇਰੀਆਂ ਲੋਕ ਕਹਿ ਰਹੇ ਨੇ ਉਗ ਆਈਆਂ ਨੇ, ਘਰਾਂ ਦੇ ਵਿੱਚ ਕਿਤਾਬਾਂ ਪਹੁੰਚ ਰਹੀਆਂ ਨੇ। ਲੋਕ ਆਪਣਾ ਵਿੱਚ ਕੋਈ ਜਿਹੜੇ ਸਿੱਖ ਰੈਡੀਕਲ ਥਾਟ ਦੇ ਲੋਕ ਨੇ ਉਹ ਵਾਲਾ ਇਤਿਹਾਸ ਪੜ੍ਹ ਰਹੇ ਨੇ, ਜਿਹੜੇ ਕੋਈ ਖੱਬੇ ਪੱਖੀ ਇੰਟੈਲੈਕਚੁਅਲ ਧਾਰਾ ਨਾਲ ਜੁੜੇ ਨੇ ਉਹ ਆਪਣੇ ਅਤੀਤ ਨੂੰ ਦੁਬਾਰਾ ਪੁਣਛਾਣ ਕਰ ਰਹੇ ਨੇ। ਇਸੇ ਸਮੇਂ ਦੇ ਦੌਰਾਨ ਇੱਕ ਪੈਰਲਲ ਧਾਰਾ ਚੱਲਦੀ ਹੈ ਕਿ ਜ਼ਬਰਦਸਤ ਇੱਕ ਪੋਲੀਟੀਕਲ ਤੂਫਾਨ ਵੀ ਆ ਰਿਹਾ, ਕਿਉਂਕਿ ਸਾਹਮਣੇ ਇਲੈਕਸ਼ਨ ਆ ਰਹੀ ਹੈ ਤੇ ਕਿਸੇ ਨਾ ਕਿਸੇ ਸ਼ਖਸੀਅਤ ਨੂੰ ਲੈ ਕੇ ਇੱਕ ਪੂਰਾ ਐਕਸਪਲੋਜਨ ਬਾਰ-ਬਾਰ ਪੋਲਿਟਿਕਸ ਦੇ ਵਿੱਚ ਹੋ ਜਾਂਦਾ ਹੈ, ਚਾਹੇ ਉਹ ਅਕਾਲੀ ਦਲ ਦਾ ਬੀਜੇਪੀ ਨਾਲੋਂ ਵੱਖ ਹੋਣਾ ਹੋਵੇ, ਚਾਹੇ ਅਮਰਿੰਦਰ ਸਿੰਘ ਦੀ ਗੁਆਚ ਰਹੀ ਪੋਜੀਸ਼ਨ ਹੋਵੇ, ਚਾਹੇ ਨਵਜੋਤ ਸਿੱਧੂ ਦੀ ਰਾਈਸ ਹੋਵੇ, ਜਾਂ ਆਮ ਆਦਮੀ ਪਾਰਟੀ ਦੀ ਇੱਕ ਵੱਡੇ ਲੈਵਲ ਦੇ ਉੱਤੇ ਇੱਥੋਂ ਦੀ ਪੋਲਿਟਿਕਸ ਦੇ ਵਿੱਚ ਸ਼ਮੂਲੀਅਤ ਹੋਵੇ, ਉਹਨਾਂ ਦਾ ਵਾਧਾ ਦਿਖਾਈ ਦੇ ਰਿਹਾ ਹੋਵੇ। ਇਸ ਸਾਰੇ ਦੇ ਦੌਰਾਨ ਨਾਓ ਦੀਜ਼ ਆਰ ਟਾਈਮਸ ਆਫ ਜਰਨੀ, ਤੂਫਾਨ ਆਇਆ ਪਿਆ। ਇਹਦੇ ਵਿੱਚ ਇੰਟੈਲੈਕਚੁਅਲ ਨੇ ਆਪਣੇ ਆਪ ਨੂੰ ਕਿਵੇਂ ਸਿਚੁਏਟ ਕਰਨਾ ਸੀ, ਪੰਜਾਬੀ ਇੰਟੈਲੈਕਚੁਅਲ ਨੇ ਆਪਣੇ ਆਪ ਨੂੰ ਕਿਵੇਂ ਸਿਚੁਏਟ ਕੀਤਾ ਹੋਇਆ, ਉਹਨੇ ਕਿੱਥੇ ਰੱਖਿਆ ਹੋਇਆ, ਉਹ ਕਿੱਥੇ ਘੋਲ ਦੇ ਨਾਲ ਭਿੜ ਰਿਹਾ ਜਾਂ ਘੋਲ ਨੂੰ ਸਮਝ ਰਿਹਾ ਜਾਂ ਘੋਲ ਨੂੰ ਸਮਝਾ ਰਿਹਾ। ਜੀ, ਪੰਜਾਬੀ ਬੁੱਧੀਜੀਵੀ ਇਸ ਸਾਰੀ ਪ੍ਰਕਿਰਿਆ ਚੋਂ ਗੈਰ ਹਾਜ਼ਰ ਹੈ। ਗੈਰ ਹਾਜ਼ਰ, ਬਿਲਕੁਲ ਗੈਰ ਹਾਜ਼ਰ ਹੈ। ਪੰਜਾਬ ਦੇ ਵਿੱਚ ਪਿਛਲੇ 12-15 ਸਾਲਾਂ ਤੋਂ ਜਿੰਨੀਆਂ ਕਿ ਵੀ ਲਹਿਰਾਂ ਉੱਠੀਆਂ ਨੇ ਉਹਨਾਂ ਨੂੰ ਆਪਾਂ ਵੱਖ-ਵੱਖ ਪਾਰਟੀਆਂ ਦੇ ਨਾਲ ਮਨਸੂਬ ਕਰ ਦਿੰਦੇ ਹਾਂ, ਪਰ ਉਹ ਬੁਨਿਆਦੀ ਤੌਰ ਤੇ ਪੰਜਾਬ ਦੇ ਲੋਕ ਇਸ ਸਾਰੇ ਦੇ ਸਾਰੇ ਸਿਸਟਮ ਦੇ ਖਿਲਾਫ ਜਿਵੇਂ ਉਹ ਕੋਈ ਰਾਹ ਲੱਭ ਰਹੇ ਨੇ, ਉਹ ਕਿਸੇ ਵੱਡੇ ਬੁੱਧੀਜੀਵੀ ਦੇ ਪੜ੍ਹਾਇਆ ਹੋਣ ਕਰਕੇ ਜਾਂ ਉਹਦੇ ਅਸਰ ਹੇਠ ਘੱਟ ਆਪਣੀ ਜੁਸਤਜੂ ਦੇ ਵਿੱਚੋਂ ਆਪਣੀ ਹਰ ਰੋਜ਼ ਦੀ ਜ਼ਿੰਦਗੀ ਦੇ ਨਾਲ ਖਹਿੰਦਿਆਂ ਹੋਇਆਂ ਉਹਦੇ ਵਿੱਚ ਕੋਈ ਅਰਥ ਨਾ ਗਵਾਚ ਜਾਣ, ਸਾਰੇ ਪੰਜਾਬ ਦਾ ਸਿਤਾਰਾ ਡੁੱਬ ਨਾ ਜਾਵੇ, ਲੋਕ ਆਪਣੇ ਪੱਧਰ ਦੇ ਉੱਪਰ ਮੱਥਾ ਮਾਰ ਰਹੇ ਹੈ। ਔਰ ਇੱਥੇ ਇੱਕ ਖਾਸ ਫਿਰ ਕ੍ਰਾਈਸਿਸ ਪੈਦਾ ਹੁੰਦਾ ਹੈ ਕਿ ਲੋਕਾਂ ਦੇ ਵੱਲੋਂ ਸਰਗਰਮੀ ਬਹੁਤ ਹੈ। ਉਸ ਸਰਗਰਮੀ ਨੂੰ ਕਿਸੇ ਨਵੇਂ ਮੁਹਾਨ ਦੇ ਉੱਪਰ ਲੈ ਕੇ ਜਾਣਾ, ਉਸ ਤੋਂ ਅਗਾਂਹ ਦੀਆਂ ਸਟੇਜਸ ਨੂੰ ਸਟ੍ਰੈਟੇਜਾਈਜ਼ ਕਰਨ ਦਾ ਜਿਹੜਾ ਸਾਡੀ ਜਿਹੜੀ ਪ੍ਰਕਿਰਿਆ ਹੈ ਉਹ ਆਲਮੋਸਟ ਉਹਨਾਂ ਹੀ ਚੈਨਲਸ ਦੇ ਵਿੱਚ ਪਾ ਲਈ ਜਾਂਦੀ ਹੈ, ਜਿਹਦੇ ਵਿੱਚ ਇੱਕ ਪਾਸੇ ਸਿੱਖ ਨੇ, ਕਦੇ ਕਾਮਰੇਡ ਨੇ, ਕਦੇ ਉਹ ਕਿਸਾਨ ਨੇ, ਕਿ ਉਹ ਦਲਿਤ ਨੇ, ਕਿ ਉਹ ਔਰਤਾਂ ਨੇ, ਕਿ ਉਹ ਕੌਣ ਨੇ। ਜਦੋਂ ਅਸੀਂ ਵਾਰ-ਵਾਰ ਲੋਕਾਂ ਦੇ ਸਾਂਝੇ ਹੰਬਲਿਆਂ ਨੂੰ, ਉਹਨਾਂ ਤੋਂ ਜਿਹੜੀ ਊਰਜਾ ਨੂੰ ਵਾਰ-ਵਾਰ ਇਹਨਾਂ ਚੈਨਲਸ ਦੇ ਵਿੱਚ ਜਾਂਦਿਆਂ ਵੇਖਦੇ ਹਾਂ, ਜਿਹੜੇ ਕਿ ਦੁਬਾਰਾ ਤੋਂ ਚੀਜ਼ ਨੂੰ ਇੱਕ ਲਿਹਾਜ਼ ਦੇ ਨਾਲ ਮੈਨੂੰ ਲੱਗਦਾ ਕਿ ਉਹਦੀ ਤੇ ਗੱਲ ਕਰਨੀ ਕਿਉਂਕਿ ਸਾਨੂੰ ਆਉਂਦੀ ਨਹੀਂ। ਦੇਖੋ ਇੱਥੇ ਇੱਕ ਕ੍ਰਾਈਸਿਸ ਨੂੰ ਸਮਝਣ ਦੀ ਲੋੜ ਹੈ ਕਿ ਜਿਹੜਾ ਵਿਚਾਰਾਂ ਦੇ ਨਾਲ ਜੂਝ ਰਹੇ ਬੰਦੇ ਨੇ ਉਹ ਆਪੋ ਆਪਣੇ ਡੋਮੇਨ ਦੀ, ਆਪੋ ਆਪਣੇ ਭਾਈਚਾਰੇ ਦੀ ਸਿਆਸਤ ਵੀ ਕਰ ਰਹੇ ਨੇ। ਤੁਸੀਂ ਉਹਨਾਂ ਦੇ ਡਿਫਰੈਂਸਸ ਨੂੰ ਨਿਗੇਟ ਕਿਉਂ ਕਰ ਰਹੇ ਹੋ? ਨਹੀਂ ਕਰ ਰਹੇ। ਇੰਟੈਲੈਕਚੁਅਲ ਭਿੜਨਗੇ ਤਾਂ ਉਹ ਆਪਣੀ ਆਪਣੀ ਵਿਚਾਰਧਾਰਾ ਤੋਂ ਭਿੜਨਗੇ, ਉਹ ਆਪਸ ਵਿੱਚ ਭਿੜ ਜਾਣਗੇ। ਮਸਲਾ ਇਹ ਹੈ ਹੋਮੋਜਨਾਈਜ਼ ਥੋੜੀ ਹੋ ਜਾਏ। ਹੋਮੋਜਨਾਈਜ਼ ਨਾ ਕਰੀਏ। ਮੈਂ ਇਹ ਕਹਿ ਰਿਹਾ ਕਿ ਲੋਕ, ਦਲਿਤ ਵੀ, ਔਰਤਾਂ ਵੀ, ਕਿਸਾਨ ਵੀ, ਮਜ਼ਦੂਰ ਵੀ, ਆਪਾਂ ਇਸ ਮੋਰਚੇ 'ਚ ਹੀ ਦੇਖ ਰਹੇ ਹਾਂ ਕਿ ਸਾਰਾ ਪੰਜਾਬ ਤੇ ਇਕੱਠਿਆਂ ਹੋ ਕੇ ਲੜ ਰਿਹਾ ਹੈ। ਹਿੰਦੂ ਭਾਈਚਾਰਾ ਸ਼ਹਿਰਾਂ ਤੋਂ ਆ ਕੇ ਨਾਲ ਸਪੋਰਟ ਕਰ ਰਿਹਾ ਹੈ। ਪਹਿਲੀ ਵਾਰ ਸਾਨੂੰ ਚੰਡੀਗੜ੍ਹ ਦੇ somebody might not be in support of ਮੋਰਚਾ, ਉਹ ਵੀ ਇੰਟੈਲੈਕਚੁਅਲ ਹੋ ਸਕਦਾ ਹੈ। ਮੈਂ ਇਹ ਗੱਲ ਨਹੀਂ ਕਹਿ ਰਿਹਾ। ਮੈਂ ਇਹ ਕਹਿ ਰਿਹਾ ਕਿ ਜਦੋਂ ਇੱਕ ਲਹਿਰ ਚੱਲਦੀ ਹੈ, ਇੱਕ ਅੰਦੋਲਨ ਆਪਣਾ ਪਸਾਰ ਖੜਾ ਕਰਦਾ ਹੈ, ਆਪਣੀ ਰੇਂਜ ਤੇ ਆਪਣੀ ਡੈਪਥ ਨੂੰ ਅਗਾਂਹ ਲਿਜਾਂਦਾ ਹੈ, ਉਹ ਮਾਸ ਮੂਵਮੈਂਟ ਕਿਵੇਂ ਬਣਦਾ ਹੈ, ਉਹ ਡਿਫਾਈਨ ਕਰਨਾ ਸ਼ੁਰੂ ਕਰਦਾ। ਸਭ ਤੋਂ ਉਹਦੇ ਲਈ ਵੱਡੀ ਗੱਲ ਹੁੰਦੀ ਹੈ ਕਿ ਉਹ ਏਜੰਡਾ ਲੈ ਕੇ ਆਉਂਦਾ ਤੇ ਇੱਕ ਰੈਫਰੈਂਸ ਪੁਆਇੰਟ ਬਣਦਾ ਹੈ। ਜਦੋਂ ਉਹ ਬਣ ਜਾਂਦਾ ਹੈ ਤਾਂ ਉਹ ਤੇ ਸਾਂਝੀ ਮੁਸ਼ੱਕਤ ਦੇ ਨਾਲ ਹੋ ਰਿਹਾ ਹੈ, ਪਰ ਜਿਹੜੀ ਉਹਦੇ ਬਾਰੇ ਗੱਲਬਾਤ ਹੋ ਰਹੀ ਹੈ ਉਹ ਵਾਰ-ਵਾਰ ਉਹਨਾਂ ਚੈਨਲਸ ਨੂੰ ਹਾਈਲਾਈਟ ਕਰਨ ਦੇ ਹੋ ਰਹੀ ਹੈ ਜਿੱਥੇ ਕਿ ਇਹ ਸਾਂਝਾ ਪਿੜ
ਇੱਕ ਲਿਹਾਜ਼ ਦੇ ਨਾਲ ਨੂੰ ਉਹਦੀ ਊਰਜਾ ਨੂੰ ਅਸੀਂ ਵੱਖ-ਵੱਖ ਚੈਨਲਸ ਦੇ ਵਿੱਚ ਪਾ ਲੈਣਾ ਚਾਹ ਰਹੇ ਹਾਂ। ਟੂ ਥਿੰਗਸ ਯੂ ਆਰ ਸੇਇੰਗ, ਇੱਕ ਤਾਂ ਤੁਸੀਂ ਕਹਿ ਰਹੇ ਹੋ ਕਿ ਜਿਹੜਾ ਵੀ ਜਿੰਨੀ ਕੋਈ ਇੰਟੈਲੈਕਚੁਅਲ ਕੋਈ ਐਕਟੀਵਿਟੀ ਕੋਈ ਪ੍ਰੋਡਕਟਿਵਿਟੀ ਨਿਕਲ ਰਹੀ ਹੈ ਉਹ ਲੋਕਾਂ ਦੇ ਆਪਣੇ ਅਮਲ ਵਿੱਚੋਂ ਉਸ ਆਰਗੈਨਿਕ ਇੰਟੈਲੈਕਚੁਅਲਿਜ਼ਮ ਦੇ ਵਿੱਚੋਂ ਆ ਰਹੀ ਹੈ। ਇੰਟੈਲੈਕਚੁਅਲਸ ਨੇ ਇਸ ਨੂੰ ਲੀਡ ਨਹੀਂ ਕੀਤਾ, ਦਿਸ਼ਾ ਨਹੀਂ ਦਿੱਤੀ ਤੇ ਉਹ ਐਬਸੈਂਟ ਵੀ ਨੇ। ਇੰਟੈਲੈਕਚੁਅਲਸ ਲੋਕਾਂ ਨੂੰ ਗਾਈਡ ਕਰਨ ਜਾਂ ਉਹਨਾਂ ਦੇ ਨਾਲ ਜੁੜਨ ਤੋਂ ਹਟ ਕੇ ਲੋਕਾਂ ਦੇ ਵੱਲੋਂ ਖੜੀ ਕੀਤੀ ਹੋਈ ਇੱਕ ਮੂਵਮੈਂਟ ਨੂੰ, ਉਹਨਾਂ ਦੇ ਅਸਾਰ ਪਸਾਰ ਨੂੰ ਆਪਣੇ ਪਰਸਪੈਕਟਿਵਸ ਨੂੰ ਜਸਟੀਫਾਈ ਕਰਨ ਦੇ ਲਈ ਜਦੋਂ ਵਰਤਣਾ ਸ਼ੁਰੂ ਕੀਤਾ ਜਾਂਦਾ ਤਾਂ ਇਹਦੇ ਨਾਲ ਵੀ ਅਸੀਂ ਆਪਣੇ ਰੋਲ ਨੂੰ ਨਿਭਾਉਣ ਤੋਂ ਖੁੰਝ ਰਹੇ ਹਾਂ। ਮੈਂ ਇਸ ਗੱਲ ਦੇ ਵੱਲ ਇਸ਼ਾਰਾ ਕਰਨਾ। ਸੁਮੇਲ ਦੀ ਸਾਰੀ ਗੱਲ ਤੋਂ ਨਾ ਮੈਨੂੰ ਤੇ ਉਹ ਪੌਲ ਬਰਾਨ ਵਾਲਾ ਐਸੇ ਯਾਦ ਆ ਰਿਹਾ 60s ਦਾ, ਮਤਲਬ ਉਹ ਕਹਿੰਦਾ ਕਿ ਇੰਟੈਲੈਕਚੁਅਲ ਕਹਿਣਾ ਕਿਹਨੂੰ ਹੈ, ਉਹਨੂੰ ਹੈਗਾ ਕਿ ਇਹ ਜਿਹੜੇ ਦਿਮਾਗ ਨਾਲ ਕੰਮ ਕਰਦੇ ਨੇ, ਚਾਹੇ ਯੂਨੀਵਰਸਿਟੀਆਂ ਦੇ ਪ੍ਰੋਫੈਸਰ ਹੋਣ, ਇੰਜੀਨੀਅਰ ਹੋਣ, ਡਾਕਟਰ ਹੋਣ, ਵਕੀਲ ਹੋਣ, ਚਾਹੇ ਬਿਜ਼ਨਸਮੈਨ ਹੋਣ, ਜਿਹੜੇ ਲੋਕ ਆਪਣੇ ਦਿਮਾਗ ਨਾਲ ਆਪਣੀ ਰੋਜ਼ੀ ਰੋਟੀ ਕਮਾਉਂਦੇ ਨੇ ਉਹ ਇੰਟੈਲੈਕਚੁਅਲ ਹੋ ਗਏ। ਤੇ ਜਿਹੜੇ ਹੱਥੀਂ ਕੰਮ ਕਰਕੇ ਮੁਸ਼ੱਕਤ ਕਰਕੇ ਕਿਸਾਨ, ਮਜ਼ਦੂਰ, ਟੈਕਨੀਸ਼ੀਅਨ, ਇਹ ਸਾਰੇ ਨੇ ਇਹ ਮੈਨੂਅਲ ਲੇਬਰ ਹੋ ਗਈ। ਪੌਲ ਬਰਾਨ ਦਾ ਕਹਿਣਾ ਹੈ ਕਿ ਇਹ ਜਿਹੜੇ ਤੁਸੀਂ ਇੰਟੈਲੈਕਚੁਅਲ ਬਣਾਈ ਫਿਰਦੇ ਹੋ ਨਾ, ਇਹ ਮੇਅਰਲੀ ਇੰਟੈਲੈਕਟ ਵਰਕਰ ਨੇ, ਇਹ ਆਪਣੀ ਬੁੱਧੀ ਤੋਂ ਆਪਣੀ ਰੋਜ਼ੀ ਰੋਟੀ ਕਮਾਉਂਦੇ ਨੇ, ਇਹ ਬੁੱਧੀ ਤੇ ਜਿਉਂਦੇ ਨੇ, ਬੁੱਧੀਜੀਵੀ ਨਹੀਂ ਹੈਗੇ। ਤਾਂ ਉਹ ਡਿਫਰੈਂਸ ਕਰਦਾ ਹੈ ਕਿ ਇੰਟੈਲੈਕਟ ਵਰਕਰ ਤੇ ਇੰਟੈਲੈਕਚੁਅਲ ਦੇ ਵਿਚਕਾਰ। ਹੁਣ ਸੁਮੇਲ ਸਿੰਘ ਹਰੀ ਕਹਿ ਰਹੇ ਨੇ, ਮੈਨੂੰ ਇਹ ਤਾਂ ਨਹੀਂ ਪਤਾ ਵੀ ਇਹ ਕਿਹਨਾਂ ਨੂੰ ਇੰਟੈਲੈਕਟ ਵਰਕਰ ਦੇ ਖਾਨੇ 'ਚ ਸੁੱਟ ਰਹੇ ਨੇ ਤੇ ਕਿਹਨੂੰ ਇੰਟੈਲੈਕਚੁਅਲ 'ਚ ਰੱਖ ਰਹੇ ਨੇ, ਪਰ ਇਹ ਤੇ ਜਿਨ੍ਹਾਂ ਨੂੰ ਅਸੀਂ ਇੰਟੈਲੈਕਚੁਅਲ ਗਿਣ ਵੀ ਲਈਏ ਉਹਨਾਂ ਦੇ ਉੱਤੇ ਵੀ ਬੇਈਮਾਨੀ ਦਾ ਇੱਕ ਪ੍ਰਸ਼ਨ ਚਿੰਨ੍ਹ ਖੜਾ ਕਰ ਰਹੇ ਨੇ ਕਿ ਉਹ ਇਹਦੇ ਵਿੱਚੋਂ ਆਪਣੀ ਸਮਝ ਅਨੁਸਾਰ ਜੇ ਕੋਈ ਬੁੱਧੀਜੀਵਿਕਾ ਨਿਕਲਦੀ ਹੈ ਤਾਂ ਆਪਣੇ ਖੇਮਿਆਂ ਨੂੰ ਭੁਗਤਾ ਰਹੇ ਨੇ, ਆਪਣਾ ਭਾਈਚਾਰੇ ਨੂੰ ਭੁਗਤਾ ਰਹੇ ਨੇ। ਦੇਖੋ ਇੱਕ ਗੱਲ ਤਾਂ ਸੁਮੇਲ ਹੋਣ ਦੀ ਬਿਲਕੁਲ ਠੀਕ ਹੈ ਕਿ ਆਇਡੈਂਟੀਟੀ ਪੋਲਿਟਿਕਸ ਨਾਲ ਜਿਹੜੀ ਇੱਕ ਡਿਵੀਜ਼ਨ ਆਉਂਦੀ ਨਾ ਸਾਂਝੀਵਾਲਤਾ ਦੇ ਵਿੱਚ, ਇਹ ਬਹੁਤ ਨੁਕਸਾਨ ਕਰਦੀ। ਇਸ ਕਰਕੇ ਆਇਡੈਂਟੀਟੀਜ਼ ਤਾਂ ਹੋਣ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਲੇਕਿਨ ਇੱਕ ਸੋਲੀਡੈਰਿਟੀ ਵੀ ਤਾਂ ਹੋ ਸਕਦੀ ਹੈ ਨਾ। ਆਇਡੈਂਟੀਟੀਜ਼ ਦੇ ਅਕ੍ਰੋਸ ਸੋਲੀਡੈਰਿਟੀ ਬਣਾਉਂਦੀ ਹੈ। ਪੀਪਲ ਆਰ ਸੇਇੰਗ ਦਿਸ ਇਜ਼ ਵਾਟ ਇਜ਼ ਹੈਪਨਿੰਗ। ਇਟ ਇਜ਼ ਨਾਟ ਹੈਪਨਿੰਗ। ਮੈਂ ਤਾਂ ਐਕਚੁਅਲੀ ਇਸ ਗੱਲ ਤੇ ਸ਼ੱਕ ਕਰਦਾ ਕਿ ਪੰਜਾਬ ਦੇ ਵਿੱਚ ਬੁੱਧੀਜੀਵੀ ਕਿੱਥੇ ਹੈ, ਕਿਹੜਾ ਬੁੱਧੀਜੀਵੀ ਹੈ? ਮੈਨੂੰ ਤੁਸੀਂ ਕੋਈ 5 ਬੁੱਧੀਜੀਵੀ ਗਣਾ ਦਿਓ। ਮਤਲਬ ਅਗਰ ਕੋਈ ਟੀਵੀ ਚੈਨਲ ਤੇ 4 ਬੰਦੇ ਬਾਰ-ਬਾਰ ਆਉਂਦੇ, ਜਿੱਦਾਂ NDTV ਤੇ ਅਕਸਰ ਆਉਂਦੇ, ਉਹ ਕੌਣ ਹੈ? ਮੇਰੇ 4 ਦੋਸਤ ਵੀ ਨਹੀਂ ਜਿਹੜੇ ਮੈਂ ਗਵਾਣੇ ਹੋਣ, ਨਹੀਂ ਤਾਂ ਮੈਂ 5 ਦੱਸ ਦਿੰਦਾ। ਮਤਲਬ ਅਸੀਂ ਇੱਕ ਭੁਲੇਖੇ ਨੂੰ ਛੱਡ ਦਈਏ ਕਿ ਪੰਜਾਬ ਦੇ ਵਿੱਚ ਕੋਈ ਬੁੱਧੀਜੀਵੀ ਹੈਗੇ। ਇਸ ਲਈ ਮੈਂ ਕਿਹਾ ਕਿ ਪੰਜਾਬ ਤਾਂ ਕਿ ਹਿੰਦੁਸਤਾਨ ਦੇ ਵਿੱਚ ਇਸ ਵੇਲੇ ਇੱਕੋ ਕ੍ਰਿਟੀਕਲ ਇੰਟੈਲੈਕਚੁਅਲ ਕਲਚਰ ਨਹੀਂ ਬਣੀ। ਉਸ ਦੇ ਨਾਲ ਅਸਲ 'ਚ ਦੇਖੋ ਲੜਾਈ ਕਿੱਥੇ ਹੈ ਹੁਣ? ਲੜਾਈ ਕਿਸੇ ਰਜੀਮ ਦੇ ਨਾਲ ਹੀ, ਕੋਈ ਸਰਕਾਰਾਂ ਜਾਂ ਆਈਡੀਓਲੋਜੀ ਨਾਲ ਬਾਅਦ ਵਿੱਚ ਹੈ। ਪਹਿਲੇ ਕਿ ਵੀ ਹੈਵ ਗੋਟ ਅ ਕਲਚਰ ਆਫ ਬਰੂਟੈਲਿਟੀ, ਔਰ ਬਰੂਟੈਲਿਟੀ ਇੱਕ ਬਾਰਬੈਰਿਕ ਹੀ ਨਹੀਂ ਹੈ, ਸੋਫਿਸਟੀਕੇਟਿਡ ਬਰੂਟੈਲਿਟੀ ਵੀ ਹੈ। ਉਸ ਨੂੰ ਸਮਝਣ ਦੀ ਲੋੜ ਹੈ ਵੀ ਅਸੀਂ ਸਿਰਫ ਥਾਟ ਨੂੰ ਐਜ਼ ਥਾਟ ਵੀ ਤਾਂ ਇੰਗੇਜ ਕਰ ਲਈਏ। ਸੋ ਬੜੀ ਸੂਖਮ ਤਰੀਕਿਆਂ ਦੇ ਨਾਲ ਸਾਡੇ ਉੱਤੇ ਅਤਿਆਚਾਰ ਹੋ ਰਿਹਾ। ਔਰ ਇੱਕ ਨਾ ਦੇਖੋ, ਜਦੋਂ ਅਸੀਂ ਆਇਡੈਂਟੀਫਾਈ ਕਰਨ ਲੱਗ ਪੈਂਦੇ ਪੋਜੀਸ਼ਨਾਂ ਨੂੰ, ਦੂਜੇ ਪਾਸੇ ਦੇ ਤਾਂ ਆਪਣੀਆਂ ਤਾਂ ਅਸੀਂ ਪੋਜੀਸ਼ਨਾਂ ਤੋਂ ਪਰੇ ਸੋਚਣਾ ਵੀ ਛੱਡ ਦਿੰਦੇ ਹਾਂ। ਸੋ ਬੁੱਧੀਜੀਵੀ ਹੋਣ ਦੀ ਪਹਿਲੀ ਸ਼ਰਤ ਹੈ ਵੀ ਸਭ ਕੁਝ ਈਵਨ ਹਿਸਟੋਰੀਕਲ ਕੰਡੀਸ਼ਨ ਤੋਂ ਵਿਡਰਾਅ ਕਰਕੇ ਸੋਚਿਆ ਜਾਏ, ਤਾਂ ਹੀ ਤੁਸੀਂ ਹਿਸਟਰੀ 'ਚ ਵਾਪਸ ਆਓਗੇ। ਔਰ ਉਹ ਪੰਜਾਬ 'ਚ ਨਹੀਂ ਹੋ ਰਿਹਾ। ਇਸ ਗੱਲ ਤੇ ਸਾਰੀਆਂ ਯੂਨੀਵਰਸਿਟੀਆਂ ਫੇਲ ਹੋ ਗਈਆਂ ਸੁਮੇਲ ਜੀ। ਮਤਲਬ ਨਾਰਥ ਇੰਡੀਆ 'ਚ ਤਾਂ ਖਾਸ ਤੌਰ ਤੇ ਮੈਨੂੰ ਲੱਗਦਾ ਵੀ ਸਾਰੀ ਯੂਨੀਵਰਸਿਟੀਆਂ ਫੇਲ ਹੋ ਗਈਆਂ। ਅਖਬਾਰਾਂ 'ਚ ਦਿਸਦੇ ਕਿ ਬੁੱਧੀਜੀਵੀ ਹੈਗੇ, ਲੇਕਿਨ ਬੁੱਧੀਜੀਵੀਆਂ ਤੇ ਲੇਖ ਪੜ੍ਹ ਕੇ ਦੇਖੋ ਕਿੰਨੇ ਕਿ ਬੁੱਧੀਜੀਵੀ ਮਾੜੇ ਨੇ। ਬੁੱਧੀਜੀਵੀ ਤੇ ਸੋਲੂਸ਼ਨ ਦੇਣ ਲੱਗੇ ਹੋਏ ਨੇ। ਕੋਈ ਮਸਲਾ ਖੜਾ ਕਰੋ, ਉਹ ਨਾਲ ਦੇ ਨਾਲ ਸੋਲੂਸ਼ਨ ਲੈ ਕੇ ਆ ਜਾਂਦੇ ਆ। ਇਹ ਜਿਹੜਾ ਸੋਲੂਸ਼ਨ ਮੌਂਗਰਿੰਗ ਹੈ ਜਿਹੜੀ ਹੱਲ ਲੈ ਲਓ, ਇਹ ਗੱਲ ਦਾ ਸੋਲੂਸ਼ਨ ਹੈਗਾ, ਰੇੜੀ ਤੇ ਰੱਖ ਕੇ ਹੱਲ ਵੇਚੇ ਜਾ ਰਹੇ ਨੇ। ਤੇ ਇਹਨੇ ਪੰਜਾਬ ਦੇ ਵਿੱਚੋਂ ਕਿਸੇ ਵੀ ਮਸਲੇ ਦੀ ਗੰਭੀਰਤਾ ਨੂੰ ਹੀ ਖਤਮ ਕਰ ਦਿੱਤਾ। ਤੁਸੀਂ ਇੱਕ ਗੱਲ ਅੱਜ ਕਰਦੇ ਹੋ, ਸ਼ਾਮ ਨੂੰ ਉਹਦਾ ਸੋਲੂਸ਼ਨ ਆਇਆ ਪਿਆ ਹੁੰਦਾ। ਇਹ ਧੰਦਾ ਤੇ ਐਂਕਰਾਂ ਦਾ ਹੁੰਦਾ ਸੀ ਜਿਹੜਾ ਤੇ ਇਹ ਮਤਲਬ ਇਹ ਜਿਹੜਾ ਇਹ ਸਾਰੀ ਪ੍ਰੋਸੈਸ ਹੈ। ਔਰ ਤੁਸੀਂ ਇਸ ਗੱਲ ਨੂੰ ਹੋਰ ਇੱਕ ਚੀਜ਼ ਦੇ ਉੱਤੇ ਦੇਖੋ ਕਿ ਇਹ ਜਿਹੜੀ ਇਹੋ ਜਿਹੀ ਐਕਟੀਵਿਟੀ ਹੁੰਦੀ ਹੈ ਸੋਲੂਸ਼ਨ ਦੇਣ ਵਾਲੀ, ਇਹ ਦੋ ਪਾਸਿਓਂ ਚੱਲਦੀ ਹੈ। ਇੱਕ ਤੇ ਇਹ ਸਰਕਾਰਾਂ ਦੇ ਲਈ ਰਿਪੋਰਟਾਂ ਲਿਖਦੀ ਹੈ ਕਿ ਇਹ ਗਵਰਨਮੈਂਟ ਕਰੇਗੀ ਜਾਂ ਇਹ ਕਰੇ, ਜਾਂ ਅਸੀਂ ਇਹਨੂੰ ਇਹ ਫਰੇਮਵਰਕ ਦਿੰਨੇ ਆ। ਸਰਕਾਰ ਉਹ ਕਦੇ ਵੀ ਨਹੀਂ ਕਰਦੀ। ਲੋਕਾਂ ਦੀ ਉਹਦੇ ਨਾਲ ਹਮਾਇਤ ਕੋਈ ਨਹੀਂ ਕਿ ਸਾਡੇ ਲਈ ਸੋਲੂਸ਼ਨ ਦਿੱਤਾ ਜਾ ਰਿਹਾ ਹੈ ਤੇ ਸਾਨੂੰ ਇਹਦੇ ਹੱਕ 'ਚ ਆਉਣਾ ਚਾਹੀਦਾ, ਕਿਉਂਕਿ ਕੋਈ ਕਮਿਊਨੀਕੇਸ਼ਨ ਨਹੀਂ ਹੈ। ਲੋਕ ਕਿਤੇ ਹੋਰ ਇਸ ਸਮਾਜ ਤੋਂ ਟੁੱਟਿਆ ਹੋਇਆ ਬੁੱਧੀਜੀਵੀ। ਦੂਜੀ ਗੱਲ, ਔਰ ਫਿਰ ਕੀ ਹੋਇਆ ਕਿ ਸਾਰੇ ਦੀ ਸਾਰੀ ਜਿਹੜੀ ਇੱਕ ਕਿਸਮ ਦੇ ਨਾਲ ਜਿਹਨੂੰ ਆਖੀਏ ਕਿ ਬੁੱਧੀਜੀਵੀਆਂ ਦੀ ਜਿਹੜੀ ਆਊਟਪੁੱਟ ਹੈ ਉਹ ਅਖਬਾਰੀ ਲੇਖਾਂ ਦੇ ਪੱਧਰ ਦੀ ਰਹਿ ਚੁੱਕੀ ਹੈ। ਜਾਂ ਉਹ ਕੁਝ ਚੁਸਤ ਫਿਕਰੇ ਜਿਹੜੇ ਕਿ ਟੀਵੀ ਦੇ ਉੱਪਰ ਬੈਠ ਕੇ ਬੋਲੇ ਜਾ ਸਕਦੇ ਨੇ, ਮੈਨੂੰ ਵੀ ਕਾਫੀ ਆਉਂਦੇ ਨੇ ਉਹ ਜੇ, ਜਾਂ ਉਹਨਾਂ ਤੱਕ ਉਹ ਰਿਡਿਊਸ ਕਰ ਦਿੱਤੀ ਗਈ ਹੈ। ਔਰ ਇਹਦੇ ਨਾਲ ਜਿਹੜੀ ਇੱਕ ਫਾਲਸ
ਧਰੂਵੀਕਰਨ ਹੈਗਾ, ਜਿਹੜੀ ਇੱਕ ਪੋਲਰਾਈਜੇਸ਼ਨ ਕਰ ਦਿੱਤੀ ਗਈ ਹੈ ਪੋਜੀਸ਼ਨ ਦੀ ਕਿ ਆ ਇਹਨਾਂ ਦੀ ਆ ਉਹਨਾਂ ਦੀ ਆ, ਇਸ ਨੇ ਸਵਾਦ ਤੇ ਬਹੁਤ ਦਿੱਤਾ ਲੋਕਾਂ ਨੂੰ। ਸੱਥ ਦਾ ਜਿਹੜਾ ਇੱਕ ਮਤਲਬ ਕਿੱਥੇ ਤਾਂ ਇਹ ਸੀਗਾ ਕਿ ਸੱਥ ਨੂੰ ਸੈਮੀਨਾਰਾਂ ਨੇ ਜਾਂ ਬੁੱਧੀਜੀਵੀਆਂ ਨੇ ਇੱਕ ਲਿਹਾਜ਼ ਦੇ ਨਾਲ ਉਹਨੂੰ ਐਂਗੇਜ ਕਰਨਾ ਸੀ, ਤੇ ਕਿੱਥੇ ਇਹ ਹੈ ਕਿ ਜਿਹੜੇ ਸੱਥ ਦੀ ਗੱਲਬਾਤ ਹੈ ਉਹੀ ਹੁਣ ਡੋਮੀਨੈਂਟ ਹੈ, ਹੈਜਮੋਨਿਕ ਹੈ, ਤੇ ਬੁੱਧੀਜੀਵੀ ਆਲਮੋਸਟ ਜਾਂ ਜਿਹੜੇ ਅਖਬਾਰਾਂ 'ਚ ਜਾਂ ਜਿਹੜੇ ਕਮੈਂਟਰੀ ਕਰਦੇ ਨੇ, ਤੇ ਇਸੇ ਕਰਕੇ ਪੰਜਾਬ ਅੱਜ ਕੱਲ੍ਹ ਨਾ ਸੈਮੀਨਾਰਾਂ 'ਚ ਹੈ, ਨਾ ਗੋਸ਼ਟੀਆਂ 'ਚ ਹੈ, ਨਾ ਉਹ ਕੋਈ ਵੱਡੀ ਕਿਤਾਬ ਲਿਖ ਰਿਹਾ 400 ਸਫ਼ੇ ਦੀ ਕੋਈ, ਉਹ ਸਿਰਫ ਫੇਸਬੁੱਕ ਦੀ ਪੋਸਟ ਜਾਂ ਟੀਵੀ ਦੇ ਡਿਬੇਟ ਉਨੀ ਇੱਕ ਗੱਲ ਦੇ ਉੱਪਰ ਉਹ ਪਾਰਟਿਸਿਪੇਟ ਕਰਕੇ ਤੇ ਖੁਸ਼ ਹੈ ਤੇ ਪੂਰਾ ਕੰਟਰੀਬਿਊਟ ਕਰ ਰਿਹਾ ਪੰਜਾਬ ਦੀ ਜਿਹੜੀ ਬੌਧਿਕ ਸਮਰੱਥਾ ਨੂੰ। ਮੈਂ ਬ੍ਰੇਕ ਲਈ ਰੁਕ ਰਿਹਾ, ਤੁਸੀਂ ਬ੍ਰੇਕ ਦੇ ਦੌਰਾਨ ਦੁਬਾਰਾ ਵੀ ਸੋਚ ਲੈਣਾ, ਮੈਨੂੰ ਪਤਾ ਨਹੀਂ ਇਹ ਡਿਬੇਟ ਦੇ ਖਤਮ ਹੋਣ ਤੱਕ ਤੁਹਾਡੇ ਕਿੰਨੇ ਯਾਰ ਦੋਸਤ ਬਾਕੀ ਬਚਣਗੇ ਤੇ ਯੂਨੀਵਰਸਿਟੀਆਂ ਜਾਈ ਤੁਹਾਡੇ ਨਾਲ ਬੈਠ ਕੇ ਕੌਣ ਹੋਰ ਚਾਹ ਪੀਏਗਾ। ਬਟ ਆਈ ਨੀਡ ਟੂ ਸਟਾਪ ਐਂਡ ਥਿੰਕ ਅਬਾਊਟ ਇਟ, ਕਿਉਂਕਿ ਅਸੀਂ ਤਾਂ ਇਹ ਸੋਚਦੇ ਸੀਗੇ ਕਿ ਬੁੱਧੀਜੀਵੀਆਂ ਦੀਆਂ ਤੇ ਵੱਡੀਆਂ ਜਮਾਤਾਂ ਬਣੀਆਂ ਹੋਈਆਂ ਨੇ, ਫੌਜਾਂ ਬਣੀਆਂ ਹੋਈਆਂ ਨੇ। ਮਤਲਬ ਮੈਂ ਤੇ ਜਦੋਂ ਮੈਂਬਰਸ਼ਿਪ ਦੇਖਦਾ ਵੀ ਕੇਂਦਰੀ ਪੰਜਾਬੀ ਲੇਖਕ ਸਭਾ, ਬਲਕਿ ਉਹ ਵੀ ਸਾਡੇ ਕੋਲ ਪਲੂਰਲ 'ਚ ਨੇ, ਦੋ ਹੈਗੀਆਂ ਨੇ, ਤੇ ਨਾਲ ਹੋਰ ਬੜੀਆਂ ਇਹੋ ਜਿਹੀਆਂ ਨੇ। ਫਿਰ ਉਹ ਸਾਰੇ ਇਸ ਸਾਰੇ ਬੁੱਧੀਜੀਵੀ ਨੂੰ ਜਦੋਂ ਅਸੀਂ ਲੋਕੇਟ ਕਰਨ ਦਾ ਤਰੱਦਦ ਕਰਦੇ ਹਾਂ, ਉਹਦੇ ਵਿੱਚ ਉਹ ਕਿੱਥੇ ਖੜੇ ਨੇ। ਵਿਲ ਟਾਕ ਅਬਾਊਟ ਦੈਟ ਆਫਟਰ ਦਿਸ ਬ੍ਰੇਕ। ਬ੍ਰੇਕ ਤੋਂ ਬਾਅਦ ਫਿਰ ਸਵਾਗਤ ਹੈ। ਚਰਚਾ ਕਰ ਰਹੇ ਹਾਂ ਘੋਲ ਦੇ ਸਮਿਆਂ ਵਿੱਚ, ਅੰਦੋਲਨੀ ਸਮਿਆਂ ਦੇ ਵਿੱਚ ਸਾਡੇ ਬੁੱਧੀਜੀਵੀ ਸਮਾਜ ਦੇ ਨਾਲ ਕਿਸ ਕਿਸਮ ਦਾ ਰਿਸ਼ਤਾ ਰੱਖ ਰਹੇ ਨੇ, ਕਿਵੇਂ ਨਿਭ ਰਹੇ ਨੇ, ਤੇ ਇਹਨਾਂ ਨੂੰ ਕਿਸੇ ਭਵਿੱਖੀ ਮੁਕਾਮ ਤੇ ਜਾ ਕੇ ਅਸੀਂ ਕਿਹੜੀ ਪ੍ਰਿਜ਼ਮ ਰਾਹੀਂ ਦੇਖਾਂਗੇ, ਇਹਨਾਂ ਨੂੰ ਇਵੈਲੂਏਟ ਕਰਾਂਗੇ, ਇਹਨਾਂ ਦਾ ਮੁਲਾਂਕਣ ਕਰਾਂਗੇ। ਸਾਡੇ ਨਾਲ ਚਰਚਾ ਵਿੱਚ ਸ਼ਾਮਿਲ ਨੇ ਪ੍ਰੋਫੈਸਰ ਰਾਜੇਸ਼ ਸ਼ਰਮਾ ਜੀ ਅਤੇ ਡਾਕਟਰ ਸੁਮੇਲ ਸਿੰਘ ਸਿੱਧੂ ਜੀ। ਪ੍ਰੋਫੈਸਰ ਰਾਜੇਸ਼ ਸ਼ਰਮਾ, ਪੰਜਾਬ ਨੇ, ਔਰ ਖਾਸ ਤੌਰ ਤੇ ਜਿਹੜੀ ਯੂਨੀਵਰਸਿਟੀ ਤੋਂ ਤੁਸੀਂ ਆਉਂਦੇ ਹੋ, ਅਸੀਂ ਇੱਕ ਬੜੇ ਰੋਬਸਟ ਮੂਵਮੈਂਟ ਦੇਖੀ ਹੈ ਇੰਟੈਲੈਕਚੁਅਲਸ ਦੀ, ਰੋਬਸਟ ਬਹਿਸਾਂ ਵੀ ਦੇਖੀਆਂ ਨੇ। ਉਹ ਸਗੋਂ ਗਰਮਾ ਗਰਮ ਨਹੀਂ ਸੀ ਪਰ ਗਹਿ ਗੱਚ ਸਨ। ਸੇਧ ਵਰਗਾ ਮੈਗਜ਼ੀਨ ਜਿਸ ਵੇਲੇ ਨਿਕਲਦਾ ਪੰਜਾਬੀ ਯੂਨੀਵਰਸਿਟੀ ਤੋਂ, ਜਿਸ ਕਿਸਮ ਦੀਆਂ ਸ਼ਖਸੀਅਤਾਂ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਰਹੀਆਂ ਨੇ, ਚਾਹੇ ਉਹ ਡਾਕਟਰ ਤਾਰਾ ਸਿੰਘ, ਡਾਕਟਰ ਫੌਜਾ ਸਿੰਘ ਹੋਣ, ਜਾਂ ਡਾਕਟਰ ਕਿਸ਼ਨ ਸਿੰਘ ਜੀ ਤੇ ਸੰਤ ਸਿੰਘ ਸੇਖੋਂ ਦੇ ਡਿਬੇਟ ਜਿਹੜੇ ਸੇਧ ਦੇ ਪੰਨਿਆਂ ਵਿੱਚ ਚੱਲੇ, ਉਹ ਸਾਰੀਆਂ ਚੀਜ਼ਾਂ, ਜਾਂ ਗੁਰਮਤ ਨੂੰ, ਗੁਰਬਾਣੀ ਨੂੰ ਕਿਵੇਂ ਦੇਖਣਾ ਹੈ ਪੰਜਾਬੀ ਮਨੁੱਖ ਦੇ ਖਾਸੇ ਦੇ ਸੰਦਰਭਾਂ ਦੇ ਵਿੱਚ। ਮਤਲਬ ਇਹਦੇ ਤੇ ਇੱਕ ਬੜੇ ਨਿੱਗਰ ਡਿਬੇਟ ਚੱਲੇ ਨੇ। ਅੱਜ ਉਹੀ ਯੂਨੀਵਰਸਿਟੀਆਂ ਜਿਹੜੀਆਂ ਇਸ ਕਿਸਮ ਦੇ ਡਿਬੇਟਸ ਲੀਡ ਕਰ ਰਹੀਆਂ ਸੀ, ਉਹ ਇਹਦੇ ਚੋਂ ਕਿਉਂ ਗਾਇਬ ਹੋ ਜਾਂਦੀਆਂ ਨੇ? ਜੇ ਮੇਰੇ ਕੋਲ ਇੱਕ ਵੋਕੇਸ਼ਨਲ ਯੂਨੀਵਰਸਿਟੀ ਆ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਰਗੀ, ਜਿਸ ਨੇ ਮੇਰੇ ਪੰਜਾਬ ਦੇ ਕਲਚਰ ਉੱਤੇ ਐਗਰੀਕਲਚਰ ਦੇ ਥਰੂ ਮੇਜਰ ਇੱਕ ਇੰਪੈਕਟ ਪਾਇਆ ਸੀ, ਜਿਸ ਨੇ ਸਾਡੀ ਰਹਿਣੀ ਸਹਿਣੀ ਆਰਥਿਕਤਾ ਸਭ ਬਦਲ ਕੇ ਰੱਖ ਦਿੱਤੀ ਸੀ, ਉਹ ਇਸ ਸਾਰੇ ਅੰਦੋਲਨ ਦੇ ਵਿੱਚੋਂ ਕਿਵੇਂ ਗਾਇਬ ਹੋ ਜਾਂਦੀ ਹੈ ਤੇ ਉਹਦੀ ਐਬਸੈਂਟ ਵੀ ਕਿਵੇਂ ਨਹੀਂ ਦੇਖੀ ਜਾਂਦੀ? ਤੇ ਕਿਉਂ ਇਹ ਕਿਹਾ ਜਾਵੇ ਕਿ ਇੰਟੈਲੈਕਚੁਅਲਸ ਜਿਹੜੇ ਨੇ ਉਹਨਾਂ ਦੀ ਅੱਜ ਕੋਈ ਭੂਮਿਕਾ ਨਹੀਂ ਰਹੀ? ਮੈਨੂੰ ਨਹੀਂ ਪਤਾ ਤੁਹਾਡੇ ਹੁਣ ਯੂਨੀਵਰਸਿਟੀ ਦੀ ਇੰਟਰਨਲ ਪੋਲਿਟਿਕਸ ਕਿਵੇਂ ਪਲੇ ਕਰ ਜਾਏਗਾ। ਮੇਰਾ ਸਵਾਲ, ਜਿਸ ਵੇਲੇ ਤੁਹਾਡੀ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਕੋਈ ਪ੍ਰੋਫੈਸਰ ਅਰਵਿੰਦ ਵਰਗਾ ਸਕਾਲਰ ਲੱਗਦਾ ਹੈ, ਤਾਂ ਫਿਰ ਚਾਰੋਂ ਪਾਸੇ ਵਾਹ-ਵਾਹ ਕਿਉਂ ਹੁੰਦੀ ਹੈ ਤੇ ਕਿਉਂ ਗੱਲਾਂ ਹੁੰਦੀਆਂ ਨੇ ਕਿ ਇੱਕ ਇੰਟੈਲੈਕਚੁਅਲ ਨੂੰ ਲਾਤਾ ਸਰਕਾਰ ਨੇ ਤੇ ਕਮਾਲ ਹੀ ਕਰਤੀ ਹੈ, ਚੰਗਾ ਕੰਮ ਕਿਸ ਨੇ ਕੀਤਾ ਜਰਾ ਪਤਾ ਤੇ ਕਰੋ, ਇਹ ਕਿੰਨੇ ਅਕਲ ਦਿੱਤੀ ਹੈ ਸਰਕਾਰ ਨੂੰ। ਇਹਦਾ ਮਤਲਬ ਹੈ ਕਿ ਵੀ ਆਰ ਲਿਵਿੰਗ ਇਨ ਅ ਸੋਸਾਇਟੀ ਜਿੱਥੇ ਇੱਕ ਇੰਟੈਲੈਕਚੁਅਲ ਦੀ ਵੈਲਿਊ ਸਮਝੀ ਜਾਂਦੀ ਹੈ, ਉਹਦੇ ਨਾਲ ਇੰਗੇਜ ਕੀਤਾ ਜਾਂਦਾ। ਸੋ ਹਾਊ ਡੂ ਦੇਖੋ, ਇੱਕ ਤਾਂ ਅਸੀਂ ਪੰਜਾਬ ਦੇ ਦਾਇਰੇ ਨੂੰ ਥੋੜ੍ਹਾ ਜਿਹਾ ਖੋਲ੍ਹ ਕੇ ਦੇਖੀਏ ਕਿ ਬੌਧਿਕ ਸੱਭਿਆਚਾਰ ਆਪਣੇ ਆਪ ਹੀ ਸੰਕਟ 'ਚ ਹੈ, ਔਰ ਸਿਰਫ ਪੰਜਾਬ 'ਚ ਨਹੀਂ ਸਾਰੀ ਦੁਨੀਆ 'ਚ ਹੈ। ਗੰਡਾ ਸਿੰਘ ਤੇ ਫੌਜਾ ਸਿੰਘ ਦਾ ਜਿਹੜਾ ਜ਼ਮਾਨਾ ਸੀ, ਉਸ ਵੇਲੇ ਤਾਂ ਯੂਰਪ ਵੀ ਤਾਂ ਦੇਖੋ ਨਾ ਕਿਸ ਤਰ੍ਹਾਂ ਦਾ ਸੀ। ਅੱਜ ਉਹ ਯੂਰਪ ਨਹੀਂ ਹੈ। ਅੱਜ ਤੁਹਾਨੂੰ ਉਸ ਤਰ੍ਹਾਂ ਦੇ ਬੁੱਧੀਜੀਵੀ ਦੁਨੀਆ ਭਰ 'ਚ ਨਹੀਂ ਮਿਲਦੇ ਪਏ ਜਿਸ ਤਰ੍ਹਾਂ ਦੇ ਇਸ ਵੇਲੇ ਸੀ। ਬੈਂਕਰਪਸੀ ਦਾ ਇਹ ਹਾਲ ਨਹੀਂ ਹੈ ਵੈਸਟ ਦੇ ਵਿੱਚ। ਮਤਲਬ ਉੱਥੇ ਠੀਕ ਹੈ, ਇੱਕ ਰਾਈਟ ਵਿੰਗ ਦੀ ਰਾਈਜ਼ ਜ਼ਰੂਰ ਹੈਗੀ ਹੈ, ਉਹ ਗੱਲ ਮੰਨਣ ਵਾਲੀ ਹੈ, ਪਰ ਇਹ ਨਹੀਂ ਹੈ ਕਿ ਯੇਲ ਸਟੈਨਫੋਰਡ ਨੇ ਕੰਮ ਕਰਨਾ ਬੰਦ ਕਰ ਦਿੱਤਾ। ਪਰ ਉਹ ਸਟੈਚਰ ਦੇ ਬੰਦੇ ਨਹੀਂ ਹੈ। ਫਿਰ ਉਹ ਗੱਲ ਹੈ ਨਾ ਕਿ ਇੰਟੈਲੈਕਟ ਵਰਕਰਸ ਤਾਂ ਹੋ ਸਕਦੇ ਆ, ਪਰ ਇੰਟੈਲੈਕਚੁਅਲਸ ਕੰਪੈਰੇਟਿਵਲੀ ਦੇਖੋ ਜਿਹੜਾ ਕਿ ਪੈਰਾਡਾਈਮ ਦੁਨੀਆ ਭਰ ਦੇ ਵਿੱਚ ਬਦਲਿਆ ਹੈ ਨਾ, ਉਸ ਤੇ ਅਸਰ ਤਾਂ ਪਿਆ ਹੈ। ਇੱਕ ਇਹ ਹੋ ਗਿਆ ਕਿ ਜਿਹੜੀ ਸੰਸਥਾਵਾਂ ਨੂੰ ਬੌਧਿਕ ਸੱਭਿਆਚਾਰ ਨੂੰ ਯੋਗਦਾਨ ਦੇਣ ਦੀ ਮੌਕੇ ਮਿਲਦੇ ਸੀ, ਉਹ ਹੁਣ ਘੱਟ ਮਿਲਦੇ ਪਏ। ਯੂਨੀਵਰਸਿਟੀਆਂ ਦਾ ਸਿਸਟਮ ਹੀ ਐਸਾ ਬਦਲ ਗਿਆ ਪਿਛਲੇ, ਖਾਸ ਤੌਰ ਤੇ 1986 ਦੀ ਪਾਲਿਸੀ ਤੋਂ ਬਾਅਦ, ਜਿਸ ਤਰ੍ਹਾਂ ਦੀ ਭਰਤੀ ਹੁੰਦੀ ਪਈ ਹੈ, ਜਿਸ ਤਰ੍ਹਾਂ ਉੱਥੇ ਪ੍ਰਮੋਸ਼ਨਸ ਹੁੰਦੀਆਂ, ਜਿਸ ਤਰ੍ਹਾਂ ਉਹਨਾਂ ਨੂੰ ਕੰਮ ਕਰਨ ਨੂੰ ਕਿਹਾ ਜਾਂਦਾ, ਉਹਦੇ ਵਿੱਚੋਂ ਕਾਫੀ ਹੱਦ ਤੱਕ ਨਿੱਜੀ ਤੌਰ ਤੇ ਜਿਹੜਾ ਬੁੱਧੀਜੀਵੀ ਕੰਮ ਕਰ ਸਕਦਾ ਸੀ, ਉਹਦਾ ਸਕੋਪ ਘੱਟ ਗਿਆ। ਲੈਟਸ ਟਾਕ ਅਬਾਊਟ ਦ ਐਲੀਫੈਂਟ ਇਨ ਦਾ ਰੂਮ।
ਇਹ ਜਿਹੜਾ ਲੈਫਟ ਦਾ ਪੂਰਾ ਗਲਬਾ ਸੀ ਇੰਟੈਲੈਕਚੁਅਲਿਜ਼ਮ ਦੇ ਉੱਤੇ, ਮਤਲਬ ਇੰਟੈਲੈਕਚੁਅਲ ਹੋਣਾ ਤੇ ਲੈਫਟਿਸਟ ਹੋਣਾ ਆਲਮੋਸਟ ਸਿਨੋਨਿਮਸ ਰਿਹਾ ਹੈ ਪੰਜਾਬ ਦੇ ਵਿੱਚ, ਉਹ ਲੈਫਟ ਇਸ ਵੇਲੇ ਕਿਵੇਂ ਨਿਭ ਰਿਹਾ? ਉਹਨੇ ਆਪਣੀ ਟਰਫ ਦਾ ਕੀ ਕੀਤਾ? ਖੱਬੇ ਪੱਖੀਆਂ ਨੇ, ਤਰੱਕੀ ਪਸੰਦਾਂ ਨੇ ਕੀ ਕੀਤਾ? ਮੇਨ ਸਟ੍ਰੀਮ ਲੈਫਟ ਪਾਰਟੀਆਂ ਨੇ ਕੀ ਕੀਤਾ? ਕਿਉਂਕਿ ਉਹਨਾਂ ਦਾ ਤੇ ਪੂਰਾ ਗਲਬਾ ਰਿਹਾ ਯੂਨੀਵਰਸਿਟੀਆਂ ਦੇ ਉੱਤੇ, ਵਾਈਸ ਚਾਂਸਲਰ ਤੇ ਪ੍ਰੋਫੈਸਰ ਕੌਣ ਲੱਗਦੇ ਨੇ ਕੌਣ ਨਹੀਂ ਲੱਗਦੇ ਹੈ, ਇਹਦੇ ਵਿੱਚ ਪੂਰੀਆਂ ਪੰਜਾਬ ਦੀਆਂ ਵੱਖ-ਵੱਖ ਕਮਿਊਨਿਸਟ ਪਾਰਟੀਆਂ ਦੇ ਸ਼ੇਡਸ ਦਾ ਇੱਕ ਹਿੱਸਾ ਬਕਾਇਦਾ ਰਿਹਾ। ਉਹ ਹਰਕਿਸ਼ਨ ਸਿੰਘ ਸੁਰਜੀਤ ਤੋਂ ਲੈ ਕੇ ਤੇ ਮਤਲਬ ਮੈਂ ਹੁਣ ਬਹੁਤ ਵੱਡੇ ਨਾਮ ਨਹੀਂ ਲੈਣਾ ਚਾਹੁੰਦਾ, ਹਿੰਦੁਸਤਾਨ ਦੇ HRD ਮਿਨਿਸਟਰ ਇਹਨਾਂ ਕੰਮਾਂ ਦੇ ਵਿੱਚ ਹੀ ਇਨਵੋਲਵ ਰਹੇ ਨੇ, ਡਾਊਨ ਟੂ ਅਰਜੁਨ ਸਿੰਘ, ਬਾਈ ਨੋ ਮੀਨਸ ਐਨ ਇੰਟੈਲੈਕਚੁਅਲ। ਵਨ ਇਜ਼ ਦੈਟ, ਟੂ ਇਹ ਨੌਨ ਲੈਫਟ ਇੰਟੈਲੈਕਚੁਅਲ ਵੀ ਹੁੰਦੇ ਨੇ, ਕੋਈ ਸੱਜੇ ਪੱਖੀ ਤਰੱਕੀ ਪਸੰਦ ਵੀ ਕੋਈ ਹੁੰਦੇ ਨੇ, ਕੋਈ ਸੱਜੇ ਪੱਖੀ ਇੰਟੈਲੈਕਚੁਅਲ ਵੀ ਹੁੰਦਾ, ਕਿਉਂਕਿ ਪੰਜਾਬ ਦੇ ਵਿੱਚ ਬੁੱਧੀਜੀਵੀ ਤੇ ਖੱਬਾ ਪੱਖ ਆਪਸ ਵਿੱਚ ਜਿਵੇਂ ਹਾਈਫਨੇਟ ਕੀਤਾ ਹੋਇਆ। ਵਾਈ ਇਜ਼ ਦੈਟ ਸੋ? ਇਹੀ ਤਾਂ ਸਮੱਸਿਆ ਹੈ। ਦੂਸਰੀ ਗੱਲ ਕਿ ਸੱਜੇ ਪੱਖੀ ਬੁੱਧੀਜੀਵੀ ਵੀ ਨੂੰ ਕੱਢ ਲਓ। ਕੀ ਮੈਂ ਕਿਸਾਨ ਅੰਦੋਲਨ ਦਾ ਵਿਰੋਧੀ ਅਤੇ ਬੁੱਧੀਜੀਵੀ ਦੋਨੋਂ ਹੋ ਸਕਦਾ? ਹੋ ਸਕਦਾ ਹੈ। Okay, come back to the earlier questions. I need you to elaborate on that. ਬਿਲਕੁਲ ਸਕਦਾ। ਦੇਖੋ ਕਿਸਾਨ ਅੰਦੋਲਨ ਦੀ ਗੱਲ ਦੇ ਬਾਰੇ ਮੈਨੂੰ ਕੁਝ ਸ਼ੱਕ ਹੈ। ਲੈਫਟ ਐਂਡ ਇੰਟੈਲੈਕਚੁਅਲਿਜ਼ਮ ਫਸਟ। ਗਵਾ ਲਓ ਹੁਣ 4 ਯਾਰ ਹੋਰ, ਕਿੰਨੇ ਤਾਂ ਗਵਾਈ ਰਹੇ ਹੋ। ਦੇਖੋ ਇੱਕ ਤਾਂ ਮੈਨੂੰ ਇਹ ਲੱਗਦਾ ਕਿ ਬੁੱਧੀਜੀਵੀ ਖੱਬੇ ਜਾਂ ਸੱਜੇ ਪੱਖੀ ਨਹੀਂ ਹੁੰਦਾ। ਉਸ ਦੀਆਂ ਜਿਹਨੂੰ ਕਹਿੰਦੇ ਸਿੰਪਥੀਜ਼ ਹੋ ਸਕਦੀਆਂ, ਉਸ ਦੀਆਂ ਪੋਜੀਸ਼ਨਾਂ ਹੋ ਸਕਦੀਆਂ, ਲੇਕਿਨ ਬੁੱਧੀਜੀਵੀ ਦੇ ਤੌਰ ਤੇ ਉਹ ਅਗਰ ਖੱਬੇ ਪੱਖੀ ਵੀ ਤਾਂ ਬੁੱਧੀਜੀਵੀ ਹੈ, ਖੱਬੇ ਪੱਖੀ ਸੱਜੇ ਪੱਖੀ ਨਹੀਂ ਹੈ। ਦੂਸਰੀ ਗੱਲ ਜਿਹੜਾ ਇਹ ਪੰਜਾਬ ਦੀ ਆਪਾਂ ਗੱਲ ਕਰਦੇ ਹਾਂ ਨਾ, ਜਦੋਂ ਇਹ ਅੰਦੋਲਨ ਚੱਲਿਆ ਸੀ ਤਾਂ ਮੈਨੂੰ ਪਹਿਲੇ ਕੁ ਮਹੀਨੇ ਲੱਗਦਾ ਸੀਗਾ ਕਿ ਬਹੁਤ ਵੱਡੀ ਕੋਈ ਸੱਭਿਆਚਾਰਕ ਕ੍ਰਾਂਤੀ ਆ ਰਹੀ ਹੈ, ਪਰ ਮੈਨੂੰ ਦੱਸੋ ਕਿ ਇੱਕ ਵੀ ਕਮਾਲ ਦੀ ਕਵਿਤਾ, ਇੱਕ ਵੀ ਲੇਖ, ਇੱਕ ਵੀ ਕਹਾਣੀ, ਇੱਕ ਵੀ ਨਿਬੰਧ ਉਸ ਦੇ ਉੱਪਰ ਜਾਂ ਕੋਈ ਫੋਟੋ ਐਗਜ਼ੀਬਿਸ਼ਨ ਦੇ ਲਾਇਕ ਕੋਈ ਕੰਮ ਹੋਇਆ? ਇੱਕ ਵੀ ਕੋਈ ਭਾਸ਼ਣ ਹੈ ਨਾ ਨਹੀਂ ਹੈ। ਮਤਲਬ ਅਸੀਂ ਕਹਿ ਦਈਏ ਕਿ ਇਹ ਫ੍ਰੈਂਚ 68 ਰੈਵੋਲੂਸ਼ਨ ਵਰਗਾ ਹੈ, ਕੁਝ ਨਹੀਂ ਹੈ, ਜਿਸ ਤੋਂ ਇਹ ਪਤਾ ਲੱਗਦਾ ਕਿ ਸੱਭਿਆਚਾਰਕ ਔਰ ਬੌਧਿਕ ਭੂਮੀ ਸਾਡੀ ਪੰਜਾਬ ਦੀ ਜ਼ਰਖੇਜ਼ ਨਹੀਂ ਹੈ। 8 ਮਹੀਨਿਆਂ ਦਾ ਅੰਦੋਲਨ, 8 ਸਾਲ ਹੀ ਕਹਿ ਰਹੇ ਹੋ ਕਿ ਪੰਜਾਬ ਦਾ ਬੁੱਧੀਜੀਵੀ ਇੱਕ ਵੀ ਚੰਗਾ ਭਾਸ਼ਣ, ਇੱਕ ਚੰਗੀ ਕਵਿਤਾ, ਇੱਕ ਚੰਗੀ ਲੇਖ, ਇੱਕ ਚੰਗੀ ਕਹਾਣੀ ਸਾਨੂੰ ਨਹੀਂ ਦੇ ਸਕਿਆ, ਜਿਸ ਨੂੰ ਆਉਣ ਵਾਲੀ ਪੀੜ੍ਹੀਆਂ ਯਾਦ ਰੱਖਣ। ਇੱਕ ਵੀ ਨਹੀਂ। ਇੱਕ ਤੇ ਚਲੋ ਹੈ, ਇੱਕ ਹੈ ਅਪਵਾਦ ਦੇ ਤੌਰ ਦੇ ਉੱਤੇ ਆਪਾਂ ਰੱਖ ਸਕਦੇ ਹਾਂ। ਹਾਂ ਕੁਝ ਇੱਕ ਹੀ ਹੈ ਉਦੋਂ ਜਿਹੜੀ ਪਰ ਮੇਰੇ ਮਾਈਂਡ ਵਿੱਚ ਬਹੁਤ ਸਾਰੀਆਂ ਆ ਰਹੀਆਂ ਨੇ, ਮੈਂ ਉਹਨਾਂ ਦੀ ਗੱਲ ਨਹੀਂ ਕਰਨੀ ਚਾਹ ਰਿਹਾ, ਬਟ ਵੀ ਆਰ ਲਾਰਜਲੀ ਸੇਇੰਗ ਕਿ ਰੈਰਿਟੀਜ਼ ਨੇ। ਪਰ ਜੇ ਸਕੀ ਨਾ 100 ਸਾਲ ਬਾਅਦ ਜ਼ਿੰਦਾ ਹੋਣਗੀਆਂ, ਉਹਨਾਂ ਦੀਆਂ ਹੈ ਕੋਈ। ਸੁਮੇਲ, ਲੈਫਟ ਐਂਡ ਇੰਟੈਲੈਕਚੁਅਲਿਜ਼ਮ, ਸੁਮੇਲ, ਯੂ ਵਾਂਟ ਟੂ ਟੇਕ ਦੈਟ? ਹਾਂਜੀ, ਮੈਨੂੰ ਇਹ ਲੱਗਦਾ ਕਿ ਬਹੁਤ ਹੀ ਪੰਜਾਬ ਦੇ ਨਾ 20ਵੀਂ ਸਦੀ ਦੇ ਵਿੱਚ ਜਦੋਂ ਪੰਜਾਬ ਜਾਂ ਹਿੰਦੁਸਤਾਨ ਆਜ਼ਾਦ ਹੁੰਦਾ ਨਾ 47 ਦੇ ਵਿੱਚ, ਤੇ ਇੱਕ ਨਵੀਂ ਊਰਜਾ ਦੇ ਨਾਲ ਪੰਜਾਬੀ ਕੌਮੀਅਤ ਦੀ ਉਸਾਰੀ ਦਾ ਇੱਕ ਮਸਲਾ ਖੜਾ ਹੁੰਦਾ ਹੈ। ਪੰਜਾਬੀ ਜ਼ੁਬਾਨ ਉਹਦਾ ਇੱਕ ਬੜਾ ਨਿੱਗਰ ਬੇਸ ਬਣਦੀ ਹੈ, ਕਿਉਂਕਿ ਆਪਾਂ ਇਹ ਯਾਦ ਕਰੀਏ ਕਿ ਪੰਜਾਬੀ ਦੀ ਜਿਹੜੀ ਲੜਾਈ ਹੈ ਪੰਜਾਬੀ ਕੌਮੀਅਤ ਦੇ ਲਈ ਪੰਜਾਬੀ ਜ਼ੁਬਾਨ ਦਾ ਆਧਾਰ ਬਣਾ ਕੇ ਇਹ ਸਾਡੇ ਨਹੀਂ ਸੀ। ਜ਼ੁਬਾਨ ਉਰਦੂ ਸੀ ਜਾਂ ਹਿੰਦੀ ਸੀ ਜਾਂ ਅੰਗਰੇਜ਼ੀ ਸੀ, ਪੰਜਾਬੀ ਤੇ ਜ਼ੁਬਾਨ ਹੀ ਨਹੀਂ ਸੀ ਆਈਡੀਆਜ਼ ਦੀ ਜਾਂ ਬੁੱਧੀਜੀਵੀ ਹੋਣ ਦੀ। ਇਸੇ ਕਰਕੇ ਪੰਜਾਬ ਨੇ ਸਭ ਤੋਂ ਜ਼ਿਆਦਾ ਬੁੱਧੀਜੀਵੀ ਆਪਣੇ ਜਾਂ ਲੇਖਕ ਅੰਗਰੇਜ਼ੀ, ਉਰਦੂ ਤੇ ਹਿੰਦੀ ਨੂੰ ਦਿੱਤੇ ਨੇ। ਔਰ ਇਹ ਤੇ ਬਿਲਕੁਲ ਹੀ ਪਿੰਡਾਂ ਤੋਂ ਆਏ ਹੋਏ ਜਾਂ ਪੰਜਾਬੀ ਦੇ ਨਾਲ ਜੁੜੇ ਹੋਏ ਬਹੁਤ ਮਗਰੋਂ ਆ ਕੇ ਇਹ ਕੰਮ ਇੱਕ ਤੇ ਸ਼ੁਰੂ ਹੁੰਦਾ। ਪਹਿਲੀ ਗੱਲ ਉਸ ਵੇਲੇ ਜਿਹੋ ਜੀ ਤਰੱਕੀ ਪਸੰਦ ਦੌਰ ਦਾ, ਨਹਿਰੂ ਦੌਰ ਦਾ, ਸੋਵੀਅਤ ਯੂਨੀਅਨ ਦੀ ਪ੍ਰਗਤੀ ਦਾ ਤੇ ਇੱਕ ਨਵਾਂ ਸਮਾਜ ਸਿਰਜਣ ਦੇ ਸੁਪਨਿਆਂ ਨੂੰ ਲੈ ਕੇ ਇੱਕ ਪੂਰੇ ਦਾ ਪੂਰਾ ਸਮਾਜ ਅੰਦੋਲਨ ਦੇ ਵਿੱਚ ਸੀ। ਉਹਦੇ ਵਿੱਚ ਸਿੱਖੀ ਦੀ ਵੀ ਇੱਕ ਮਾਰਕਸਵਾਦੀ ਵਿਆਖਿਆ ਦਿੱਤੀ ਜਾ ਰਹੀ ਹੈ। ਉਹਦੇ ਵਿੱਚ ਮੈਂ ਕਹਿੰਦਾ ਕਿ ਉਸ ਤੋਂ ਵੀ ਵਧੀਆ ਕੰਮ ਜਿਹੜਾ ਕੀਤਾ ਜਾ ਰਿਹਾ ਹੈ ਕਿ ਜ਼ੁਬਾਨ ਨੂੰ ਲੈ ਕੇ ਪ੍ਰਿੰਸੀਪਲ ਤੇਜਾ ਸਿੰਘ ਦੀ ਜਿਹੜੀ ਕਲਾਸ ਹੈ ਉਹ ਅੰਗਰੇਜ਼ੀ ਦੇ ਅਧਿਆਪਕ ਨੇ, ਔਰ ਉਹ ਆਪਣੇ ਉੱਥੇ ਸ਼ੇਕਸਪੀਅਰ ਪੜ੍ਹਾਉਂਦੇ ਹੋਏ ਪ੍ਰੋਫੈਸਰ ਪ੍ਰੀਤਮ ਸਿੰਘ ਲਿਖਦੇ ਆ ਕਿ ਉਹ ਸਾਰਾ ਪੰਜਾਬ ਪੜ੍ਹਾ ਦਿੰਦੇ ਨੇ, ਸਾਰੀ ਪੰਜਾਬੀ ਜ਼ੁਬਾਨ ਦੀ ਇੱਕ ਤਾਰੀਖ ਰੱਖ ਦਿੰਦੇ ਆ। ਉਹ ਕਹਿੰਦੇ ਕਿ ਇੰਨਾ ਸਾਡੇ ਅੰਦਰ ਊਰਜਾ ਭਰਦੀ, ਔਰ ਉਹਨਾਂ ਦੇ ਉਹ ਵਿਦਿਆਰਥੀ ਜਿਹੜੇ ਉਹਨਾਂ ਤੋਂ ਅੰਗਰੇਜ਼ੀ ਪੜ੍ਹ ਕੇ ਜਾਂਦੇ ਨੇ ਉਹ ਪੰਜਾਬੀ ਦੇ ਬਿਹਤਰੀਨ ਖੋਜਕਾਰ ਬਣਦੇ ਨੇ। ਪ੍ਰੋਫੈਸਰ ਪ੍ਰੀਤਮ ਸਿੰਘ, ਅਜੀਤ ਸਿੰਘ ਸੀਤਲ ਹੁਣੀ, ਔਰ ਲਾਈਨਾਂ ਲੱਗੀਆਂ ਪਈਆਂ ਨੇ। ਉਸ ਇਕੱਲੇ ਬੰਦੇ ਨੇ ਇੱਕ ਪੂਰਾ ਮੁਹਾਜ਼ ਖੜਾ ਕਰਕੇ ਦਿੱਤਾ। 29 ਸਾਲ ਲਾ ਕੇ 87 ਸਫ਼ਿਆਂ ਦੀ ਕਿਤਾਬ ਗੁਰੂ ਗ੍ਰੰਥ ਸਾਹਿਬ ਦੀਆਂ ਲਗਾ ਮਾਤਰਾਂ ਦੇ ਭੇਦ ਉਹਨਾਂ ਨੇ ਤਿਆਰ ਕੀਤੀ, ਜਿਸ ਤੋਂ ਕਿ ਅਗਾਂਹ ਗੁਰਬਾਣੀ ਦੀ ਸਹੀ ਸਾਇੰਟੀਫਿਕ ਵਿਆਖਿਆ ਦਾ ਮੁੱਢ ਵੱਜਿਆ। ਮੈਂ ਜਿਹੜੀ ਗੱਲ ਕਹਿਣੀ ਚਾਹ ਰਿਹਾ ਕਿ ਨਾ ਇਹ ਜਿਹੜੀ ਸ਼ਬਦਾਰਥ ਉਹ ਕਰਦੇ ਆ, ਪ੍ਰੋਫੈਸਰ ਸਾਹਿਬ ਸਿੰਘ ਉਧਰੋਂ ਟੱਕਰੇ ਹੋਏ ਨੇ ਗੁਰੂ ਗ੍ਰੰਥ ਸਾਹਿਬ ਦਰਪਣ ਲਿਖਣ ਦੇ ਉੱਪਰ, ਔਰ ਇਹ ਪ੍ਰੋਫੈਸਰ ਕਿਸ਼ਨ ਸਿੰਘ ਮਾਰਕਸਵਾਦ ਦੇ ਨਾਲ ਉਹਨੂੰ ਕਿਵੇਂ ਜੋੜ ਰਹੇ ਨੇ। ਇਹ ਬਹੁਤ ਇੱਕ ਦੂਜੇ ਦੇ ਨਾਲ ਡਾਇਲੌਗ ਦੇ ਵਿੱਚ ਵੀ ਨੇ ਤੇ ਡਿਬੇਟ ਦੇ ਵਿੱਚ ਵੀ ਨੇ, ਅਦਬ ਵੀ ਹੈ, ਆਦਰ ਵੀ ਹੈ, ਕਿਉਂਕਿ ਇਹ ਵਿਦਵਾਨ ਨੇ, ਕਿਸੇ ਵੱਡੀ ਗੱਲ ਨੂੰ ਲੈ ਕੇ ਜੂਝ ਰਹੇ ਨੇ। ਔਰ ਦੂਸਰੇ ਪਾਸੇ ਸੰਤ ਸਿੰਘ ਸੇਖੋਂ ਨੇ, ਸੰਤ ਸਿੰਘ ਸੇਖੋਂ ਜਿਸ ਤਰ੍ਹਾਂ ਦੇ ਨਾਲ ਆਧੁਨਿਕ ਦੌਰ ਨੂੰ ਪੰਜਾਬੀ ਦੇ ਨਾਲ ਰਿਲੇਟ ਕਰਵਾ ਰਹੇ ਨੇ।
ਉਹ ਇੱਕ ਆਪਣੇ ਆਪ ਦੇ How ਵਿੱਚ is that ਮੁਕਾਮ ਰੱਖਦਾ ਹੈ। ਤੁਸੀਂ ਇਹਨੂੰ ਅੱਜ ਦੇ ਅੰਦੋਲਨੀ ਸਮਿਆਂ ਦੇ ਨਾਲ ਜਦੋਂ ਰਿਲੇਟ ਕਰਦੇ ਹੋ, ਮੈਨੂੰ ਉਹ ਮਾਰਕਸ ਦੀ ਲਾਈਨ ਯਾਦ ਆਉਂਦੀ ਹੈ, ਮੈਨਸ ਏਲੀਏਨੇਸ਼ਨ ਫਰੋਮ ਹਿਮਸੈਲਫ। ਇਹ ਸਾਡਾ ਜਿਹੜਾ ਇੰਟੈਲੈਕਚੁਅਲ ਹੈ, ਸਾਡਾ ਬੁੱਧੀਜੀਵੀ ਕਿਉਂ ਏਲੀਏਨੇਟ ਹੋਇਆ ਪਿਆ ਹੈ? ਮੈਂ ਇਸੇ ਕਰਕੇ ਕਹਿ ਅਜਬ ਰਿਹਾ ਗਜ਼ਬ ਹੈ ਕਿ ਜਿਸ ਸਮਾਜ ਦਾ ਦਾਰੋਮਦਾਰ ਉਹਦੇ ਮੋਢਿਆਂ ਤੇ ਹੋਵੇ, ਉਸ ਸਮਾਜ ਤੋਂ ਤੁਸੀਂ ਇਹ ਕਹਿ ਰਹੇ ਹੋ ਕਿ ਬੁੱਧੀਜੀਵੀ ਏਲੀਏਨੇਟ ਮੇਰੀ ਹੋਇਆ ਆਪਣੀ ਖੋਜ ਕਹਿ ਲਓ, ਮੇਰੀ ਆਪਣੀ ਪੜ੍ਹਾਈ ਇਹ ਮੈਨੂੰ ਦੱਸ ਰਹੀ ਹੈ ਕਿ 70ਵਿਆਂ ਦਾ ਜਿਹੜਾ ਦਹਾਕਾ ਹੈ ਉਹ ਬਹੁਤ ਪ੍ਰੈਗਨੈਂਟ ਡੈਕੇਡ ਹੈ, ਜਿਸ ਦੇ ਵਿੱਚ ਕਿ ਪੰਜਾਬ ਦੀ ਅੰਦਰ ਦੀਆਂ ਜਿਹੜੀਆਂ ਸਿਆਸੀ ਕਲਚਰ ਹੈ ਜਿਹੜਾ ਉਹ ਇੰਨੀ ਤੇਜ਼ੀ ਦੇ ਨਾਲ ਬਦਲ ਰਿਹਾ ਹੈ। ਹਰੇ ਇਨਕਲਾਬ ਦਾ ਵੀ ਅਸਰ ਹੋ ਰਿਹਾ ਹੈ, ਪਿੰਡ ਦੇ ਲੋਕ ਸ਼ਹਿਰ 'ਚ ਆ ਗਏ ਨੇ, ਪਿੰਡ ਤੋਂ ਇੱਕ ਫਾਸਲਾ ਵੱਧ ਰਿਹਾ ਹੈ ਤੇ ਕੁਝ ਨਵੀਆਂ ਚੀਜ਼ਾਂ ਯੂਨੀਵਰਸਿਟੀਆਂ ਦੇ ਥਰੂ ਤੇ ਗਿਆਨ ਦੇ ਜ਼ਰੀਏ ਕੁਝ ਕ੍ਰੀਏਟ ਕਰ ਲਿਆ ਜਾਏਗਾ, ਜਿਹਦੇ ਵਿੱਚ ਇਹ ਇੱਕ ਗੱਲ ਬਣੀ ਕਿ ਪੰਜਾਬੀ ਤੋਂ ਪਿੰਡਾਂ ਤੋਂ ਥੋੜਾ ਫਾਸਲਾ ਕੀਤਾ ਜਾਵੇ। ਗਿਆਨ ਅੰਗਰੇਜ਼ੀ ਦੇ ਵਿੱਚ ਹੈ, ਵੱਡੀਆਂ ਬਹਿਸਾਂ ਦੇ ਵਿੱਚ ਹੈ, ਯੂਰਪ ਤੋਂ ਆਏਗਾ। ਚੰਡੀਗੜ੍ਹ ਉਹ ਸਾਰੀ ਗੱਲ ਦੀ ਇੱਕ ਬੜੀ ਵੱਡੀ ਮਿਸਾਲ ਬਣ ਜਾਂਦਾ ਹੈ ਕਿ ਇਹ ਹੈ ਭਵਿੱਖ। ਇਹ ਜਿਹੜਾ ਸ਼ਹਿਰ ਆਪਣੇ ਆਪ ਦੇ ਵਿੱਚ ਤੇ ਪੰਜਾਬ ਯੂਨੀਵਰਸਿਟੀ ਹੈ, ਇਹ ਹੈ ਪੰਜਾਬ ਨੇ ਜਿਵੇਂ ਇੱਥੇ ਪਹੁੰਚਣਾ। ਇਹ ਲਗਭਗ ਉਵੇਂ ਹੀ ਹੈ ਜਿਵੇਂ ਇਹ ਆਖਿਆ ਜਾਂਦਾ ਸੀ ਕਿ ਜਿਹੜੇ ਬਸਤੀਵਾਦੀ ਮੁਲਕ ਨੇ, ਜਿਨ੍ਹਾਂ ਨੂੰ ਬਸਤੀਆਂ ਬਣਾਇਆ ਗਿਆ ਹੈ, ਇਹ ਤੇ ਹਜੇ ਯੂਰਪ ਦੀ ਬਾਲ ਵਰੇਸ ਹੈ, ਇਹਨਾਂ ਨੇ ਵੱਡੇ ਹੋ ਕੇ ਯੂਰਪ ਵਰਗਾ ਹੋਣਾ ਹੈ। ਤੇ ਐਵੇਂ ਜਿਹੜਾ ਪੰਜਾਬ ਹੈ, ਇਹ ਜਿਹੜਾ ਪੰਜਾਬੀ ਬੋਲਦਾ ਹੈ, ਪਿੰਡਾਂ 'ਚ ਰਹਿੰਦਾ ਹੈ, ਇਹੋ ਜਿਹੀਆਂ ਗੱਲਾਂ ਕਰਦਾ ਹੈ, ਇਹਨੇ ਹਜੇ ਆਧੁਨਿਕ ਹੋਣਾ ਹੈ ਤੇ ਇਹਨੇ ਚੰਡੀਗੜ੍ਹ ਵਰਗਾ ਹੋਣਾ। ਆਧੁਨਿਕਤਾ ਦੀ ਸਾਡੇ ਕੋਲ ਇੱਕ ਮੈਂ ਪ੍ਰੋਫੈਸਰ ਜਸ਼ਨ ਇਹ ਕਿਉਂਕਿ ਸਿਵਲਾਈਜੇਸ਼ਨਲ ਉਹਦੇ ਤੇ ਲੈ ਆਏ ਨੇ ਮੁਹੰਦਰੇ ਤੇ, ਸਾਨੂੰ ਕੰਪੇਅਰ ਕੀਤਾ ਜਾਂਦਾ ਕਿ ਜਿਸ ਤਰ੍ਹਾਂ ਨੀਲ ਘਾਟੀ ਦੀ ਸੱਭਿਅਤਾ ਸੀ ਜਾਂ ਯੰਗਜ਼ੇ ਰਿਵਰ ਵਾਲੀ ਜਿਹੜੀ ਸੱਭਿਅਤਾ ਸੀ ਚਾਈਨਾ ਦੇ ਵਿੱਚ, ਉਸੇ ਤਰੀਕੇ ਨਾਲ ਅਸੀਂ ਇੰਡਸ ਦਰਿਆ ਦੇ ਕਿਨਾਰੇ ਦੀ ਅਸੀਂ ਇੱਕ ਸੱਭਿਅਤਾ ਹੈਗੇ ਆ। ਮਤਲਬ ਸਾਡਾ ਇੱਕ ਬੜਾ ਸਟਰੋਂਗ, ਸਾਡਾ ਬਹੁਤ ਲੰਬਾ ਚੌੜਾ ਸਾਡਾ ਪਿੱਛ ਹੈ ਪੰਜਾਬੀ ਦਾ, ਇੱਕ ਆਪਣਾ ਪੂਰਾ ਇੱਕ ਲੀ ਆ ਉਹਦੀ। ਮੈਂ ਐਸਪੀ ਜੀ ਤੁਹਾਡੀ ਉਸ ਗੱਲ ਨੂੰ ਮੈਂ ਜੇ ਆਗਿਆ ਦਿਓ, ਮੈਂ 2 ਲਾਈਨਾਂ ਦੇ ਵਿੱਚ ਉਸ ਨੂੰ ਮੈਂ ਕਰ ਦੇਣਾ ਕਿ 70ਵਿਆਂ ਦੇ ਵਿੱਚ ਇਹ ਇੱਕ ਸ਼ਿਫਟ ਆਉਣੀ ਸ਼ੁਰੂ ਹੁੰਦੀ ਹੈ, ਜਿਸ ਦੇ ਵਿੱਚ ਕਿ ਪੁਰਾਣੀ ਪੀੜ੍ਹੀ ਵਾਲਿਆਂ ਲੇਖਕਾਂ ਨੂੰ ਤੇ ਚਿੰਤਕਾਂ ਨੂੰ ਆਪ ਹੀ ਲਾਂਭੇ ਕਰਕੇ ਇੱਕ ਨਵਾਂ ਕੁਝ ਕੀਤਾ ਜਾਏਗਾ। ਉਹਦਾ ਕੋਈ ਚੱਲਦਾ ਤੇ ਉਹ ਚੱਲਦਾ ਨਹੀਂ ਹੈ ਐਕਚੁਅਲੀ। ਤੁਸੀਂ ਉਸੇ ਵੇਲੇ ਜਰਨੈਲ ਸਿੰਘ ਭਿੰਡਰਾਂਵਾਲਾ ਇੱਕ ਬਿਲਕੁਲ ਦੇਸੀ ਭਾਸ਼ਾ ਦੇ ਵਿੱਚ ਉਹ ਵੀ ਕੋਈ ਗਿਆਨ ਦੇ ਰਿਹਾ ਲੋਕਾਂ ਨੂੰ, ਜਦੋਂ ਕਿ ਉਹ ਅੰਮ੍ਰਿਤ ਪ੍ਰਚਾਰ ਦੀਆਂ ਮੁਹਿੰਮਾਂ ਜਾ ਰਿਹਾ ਤੇ ਉਹਦੇ ਦੀਵਾਨਾਂ ਦੇ ਵਿੱਚ ਇਕੱਠ ਵੱਧ ਰਿਹਾ। ਇਸ ਪ੍ਰੋਸੈਸ ਨੂੰ ਜਿਹੜੀ 70ਵਿਆਂ ਦੇ ਸ਼ੁਰੂ ਤੋਂ ਉਹਨੇ ਵੀ ਚਲਾਈ ਹੋਈ ਸੀ, ਅਸੀਂ ਇਹਨੂੰ ਵੀ ਹਜੇ ਉਵੇਂ ਗੰਭੀਰਤਾ ਦੇ ਨਾਲ ਨਹੀਂ ਲਿਆ ਕਿ ਇਹ ਕੌਣ ਲੋਕ ਨੇ, ਐਸਪੀਰੇਸ਼ਨਲ ਮੂਵਮੈਂਟ ਆਈ ਕਿੱਥੋਂ, ਇਹਦਾ ਫਿਲਾਸਫੀਕਲ ਬੇਸਿਸ ਕੀ ਸੀ, ਕਿਹੜੇ ਸਨ ਜਿਹੜੇ ਉਹਦੇ ਕੋਲ ਜਾ ਰਹੇ ਸਨ, ਜਿਹੜਾ ਕਿ ਬਾਅਦ ਦੇ ਵਿੱਚ ਫਿਰ ਟਰਾਂਸਮਿਊਟ ਹੋ ਕੇ ਜਦੋਂ ਸਾਡਾ ਬੁੱਧੀਜੀਵੀ ਆਪਣੇ ਲੋਕਾਂ ਦੇ ਨਾਲ ਜੁੜਨ ਤੋਂ ਇੱਕ ਕਿਸਮ ਦੇ ਫਾਸਲੇ ਤੇ ਹੈ, ਉਸ ਗੈਪ ਨੂੰ ਕੌਣ ਭਰ ਰਿਹਾ ਹੈ। ਠੀਕ। ਔਰ ਇੱਥੇ ਆ ਕੇ ਇੱਕ ਗੱਲ ਜਿਹੜੀ ਹੋਰ ਹੁੰਦੀ ਹੈ ਕਿ ਸਾਡੀਆਂ ਜਿਹੜੀਆਂ ਕਮਿਊਨਿਸਟ ਪਾਰਟੀਆਂ ਨੇ, ਇਹਨਾਂ ਨੇ ਆਪਣੀ ਹਿੱਤਾਂ ਦੀ ਲਾਈਨ ਲੈ ਕੇ ਬਾਕੀ ਸਾਰੇ ਬੁੱਧੀਜੀਵੀਆਂ ਨੂੰ ਤੇ ਉਸ ਕਾਰਜ ਨੂੰ ਆਪਣੀ ਲਾਈਨ ਮੁਤਾਬਕ ਜਿਹੜਾ ਚਲਾਉਣਾ ਚਾਹਿਆ, ਉਹ ਵੀ ਇੱਕ ਕਿਸਮ ਦਾ ਭਾਈਚਾਰਾ ਹੀ ਹੈ। ਜਿਵੇਂ ਮੈਂ ਆਖਾਂ ਕਿ ਜੋ ਹਾਲ ਸਿੱਖ ਵਿਚਾਰਧਾਰਾ ਦਾ ਸਿੱਖ ਭਾਈਚਾਰੇ ਦੇ ਹਿੱਤਾਂ ਨੂੰ ਲੈ ਕੇ ਕੀਤਾ ਜਾਂਦਾ ਹੈ, ਜਿੰਨਾ ਕੁ ਉਹਦੇ ਨਾਲ ਧੱਕਾ ਕੀਤਾ ਜਾਂਦਾ ਹੈ, ਉਨਾ ਕੁ ਹੀ ਧੱਕਾ ਕਮਿਊਨਿਸਟ ਪਾਰਟੀਆਂ ਜਾਂ ਦਲਾਂ ਦੇ ਵੱਲੋਂ ਆਪਣੀ ਲਾਈਨ ਪੁਗਾਉਣ ਦੇ ਲਈ ਮਾਰਕਸਵਾਦ ਦੇ ਨਾਲ ਵੀ ਕੀਤਾ ਜਾਂਦਾ ਹੈ। ਸੋ ਪ੍ਰੋਫੈਸਰ ਲਾਰਜੀ ਸੁਮੇਲ ਕਹਿ ਰਹੇ ਨੇ ਕਿ ਕੋਈ ਵੀ ਧਿਰ ਆਪਣੇ ਹੀ ਫੰਡਾਮੈਂਟਲ ਪ੍ਰਿੰਸੀਪਲਸ ਦੇ ਪ੍ਰਤੀ ਵੀ ਨਹੀਂ ਨਿਭੀ। ਮਾਰਕਸਿਸਟ ਆਪਣੇ ਮਾਰਕਸਿਜ਼ਮ ਦੇ ਪ੍ਰਤੀ ਨਹੀਂ ਨਿਭੇ, ਉਹ ਸੀਪੀਐਮ ਜਾਂ ਸੀਪੀਆਈ ਦੇ ਪ੍ਰਤੀ ਨਿਭ ਗਏ, ਜਾਂ ਕੋਈ ਲੇਖਕ ਸਭਾ ਕੋਈ ਫਲਾਣੀ ਜਾਂ ਕੇਂਦਰੀ ਜਾਂ ਕੋਈ ਸਿੱਖ ਹੋ, ਉਹ ਆਪਣੇ ਸਭਾਵਾਂ ਦੇ ਨਾਲ ਹੀ ਨਿਭ ਗਈ, ਆਪਣਾ ਭਾਈਚਾਰਾ ਨਿਭਾਉਂਦੇ ਰਹੇ ਤੇ ਅਸੂਲ ਛੱਡਦੇ ਰਹੇ। ਹੁਣ ਤੁਹਾਨੂੰ ਦੱਸੋ, ਮੈਨੂੰ ਇਹ ਦੱਸੋ, ਹਾਊ ਡੂ ਯੂ ਗੈਟ ਆਊਟ ਆਫ ਦਿਸ? ਕੀ ਕੋਈ ਇੱਕ ਚੀਜ਼ ਹੁੰਦੀ ਹੈ ਜਿਹੜੀ ਫੜ ਕੇ ਕਹਿੰਦੇ ਝਕਝੋਰ ਦੇਗੀ, ਹਿਲਾ ਦੇਗੀ, ਸਭ ਕੁਝ ਠੀਕ ਹੋਏਗਾ, ਚਰਨਿੰਗ ਨਾਲ ਚੀਜ਼ਾਂ ਹੋਣਗੀਆਂ। ਕਿੰਨੀ ਚਰਨਿੰਗ ਚਾਹੀਦੀ ਹੈ? 8 ਮਹੀਨੇ ਪੰਜਾਬ ਚਰਨਿੰਗ 'ਚ ਹੈ। How much churning do you need? Or you want to declare end of intellectualism in Punjab? ਇੱਥੋਂ ਦੇ ਬੁੱਧੀਜੀਵੀ ਦੀ ਮੌਤ ਦਾ ਕੋਈ ਐਲਾਨ ਕਰਨਾ ਤੁਸੀਂ, ਜਾਂ ਉਹਦੀ ਤਲਾਸ਼ ਦਾ ਕੋਈ ਅਭਿਆਨ ਛੇੜਨ ਦਾ ਕੋਈ ਆਹਵਾਨ ਕਰਨਾ? ਮੈਂ ਗਿਣਦਾ ਜਾ ਰਿਹਾ, ਤੁਹਾਡੇ ਦੋਸਤ ਕਿੰਨੇ ਬਚਣਗੇ ਡਿਬੇਟ ਦੇ ਐਂਡ ਤੱਕ? ਮੇਰੇ ਖਿਆਲ ਆਪਾਂ ਕਿਤੇ ਨਾ ਕੋਈ ਤੰਦ ਐਸੀ ਜੋੜਦੇ ਪਏ ਜਿਹੜੀ ਜੁੜਦੀ ਨਹੀਂ ਪਈ। ਉਹ ਤੰਦ ਹੈਗੀ ਅਸੀਂ ਬੁੱਧੀਜੀਵੀ ਨੂੰ ਕਿਸਾਨ ਅੰਦੋਲਨ ਨਾਲ ਸਿੱਧਾ ਜੋੜਦੇ ਪਏ। ਮੈਂ ਨਾ ਜੋੜੋ, ਮੈਂ ਕੱਲਾ ਤੁਸੀਂ ਇੰਟੈਲੈਕਚੁਅਲ ਦੀ ਸਮਾਜ ਦੇ ਨਾਲ ਰਿਲੇਸ਼ਨਸ਼ਿਪ ਇੰਟਰਸੈਕਸ਼ਨ ਦੇ ਉੱਤੇ, ਹਾਂ, ਜਿੱਦਾਂ ਮਾਰਕਸਿਜ਼ਮ ਦੀ ਗੱਲ ਕੀਤੀ ਹੈ ਡਾਕਟਰ ਸਾਹਿਬ ਨੇ। ਹੁਣ ਸਮੱਸਿਆ ਹੀ ਇਹ ਹੈ ਕਿ ਬੁੱਧੀਜੀਵੀ ਨੇ ਆਪਣਾ ਧਰਮ ਨਹੀਂ ਨਿਭਾਇਆ, ਇਸ ਕਰਕੇ ਕਿ ਉਹਨੇ ਵਿਚਾਰ ਨੂੰ ਵਿਚਾਰ ਦੇ ਤੌਰ ਤੇ ਨਹੀਂ ਨਿਭਾਇਆ।
ਉਸਨੇ ਪਾਰਟੀ ਪੋਜੀਸ਼ਨਾਂ ਦੇਖੀਆਂ, ਧੜੇਬੰਦੀਆਂ ਮੈਨੂੰ ਇਹਨਾਂ ਨਾਮ ਤਾਂ ਚਾਹੀਦੇ ਨਾ, ਤੁਸੀਂ ਮੈਨੂੰ ਕਿਹਾ ਸੀ ਨਾਮ ਦੱਸੋ, ਮੈਨੂੰ ਲੱਗਦਾ ਹੁਣ ਮੈਂ ਪ੍ਰੋਫੈਸਰ ਰਣਧੀਰ ਸਿੰਘ ਤੋਂ ਬਾਅਦ ਨਾਮ ਦੱਸੋ ਕਿ ਕੌਣ ਪੰਜਾਬ ਦੇ ਵਿੱਚ ਮਾਰਕਸਿਸਟ ਬੁੱਧੀਜੀਵੀ ਕਿਸ ਨੂੰ ਕਹਿਣਾ, ਮੇਰੇ ਕੋਲ ਲੇਬਲ ਹੈ, ਮੈਂ ਲਗਾਣਾ ਕਿਸੇ ਦੇ ਨਾਮ ਤੇ। ਇਹ ਤਾਂ ਨਾ ਵਾਲੀ ਗੱਲ ਤੇ ਆਪੀ ਆਉਣੇ ਆ, ਪਰ ਪ੍ਰੋਫੈਸਰ ਰਣਧੀਰ ਸਿੰਘ ਦੀ ਗੱਲ ਸੁਣ ਲਓ ਜੀ। ਉਹ 10 ਸਾਲ ਉਹ ਆ ਕੇ ਪੰਜਾਬ 'ਚ ਰਹੇ ਆਪਣੀ ਉਮਰ ਦੇ ਅਖੀਰਲੇ ਸਾਲਾਂ ਦੇ ਵਿੱਚ ਜੀ। ਮੈਂ ਉਹਨਾਂ ਨੂੰ ਪੁੱਛਿਆ ਪ੍ਰੋਫੈਸਰ ਸਾਹਿਬ ਇੱਥੇ ਆਉਣ ਦਾ ਫੈਸਲਾ ਕਿਵੇਂ ਕੀਤਾ? ਕਹਿੰਦੇ ਯਾਰ ਮੈਨੂੰ ਇਹ ਲੱਗਿਆ ਕਿ ਪੰਜਾਬ ਦੇ ਵਿੱਚ ਲਹਿਰ ਨੂੰ ਦੁਬਾਰਾ ਤੋਂ ਰਿਵਾਈਵ ਕਰਨ ਦੇ ਲਈ, ਇਹਦੇ ਅੰਦਰ ਕੋਈ ਨਵਾਂ ਰੰਗ ਖੂਨ ਭਰਨ ਦੇ ਲਈ ਕੋਈ ਵਿਚਾਰਕ ਬਹਿਸ ਚਲਾਉਣੀ ਚਾਹੀਦੀ ਹੈ। ਮੈਂ ਕਿਹਾ ਕਿ ਕੋਈ ਆਉਂਦਾ ਕੋਈ? ਉਹ ਕਹਿੰਦੇ ਕਿ ਕੋਈ ਵੀ ਕਮਿਊਨਿਸਟ ਜਾਂ ਮਾਰਕਸਵਾਦੀ ਮੇਰੇ ਨਾਲ ਗੱਲ ਕਰਨ ਨਹੀਂ ਆਉਂਦਾ। ਇਹ ਉਹਨਾਂ ਦੇ ਸ਼ਬਦ ਸਨ। ਅਸੀਂ ਉਹਨਾਂ ਨੂੰ ਸ਼ਰਧਾਂਜਲੀਆਂ ਤੇ ਦੇ ਸਕਦੇ ਹਾਂ ਦੇਸ਼ ਭਗਤ ਯਾਦਗਾਰ ਹਾਲ ਦੇ ਵਿੱਚ, ਪਰ ਉਹਨਾਂ ਦੇ ਨਾਲ ਗੱਲ ਨਹੀਂ ਕਰਾਂਗੇ। ਮੈਨੂੰ ਨਾ ਪਾਸ਼ ਦੀ ਇੱਕ ਕਵਿਤਾ ਦਾ ਸਿਰਫ 3 ਲਾਈਨਾਂ ਯਾਦ ਨੇ। ਉਹ ਕਹਿੰਦਾ ਕਿ ਸ਼ਬਦ ਗਿਰਵੀ ਨਹੀਂ, ਇੰਟੈਲੈਕਚੁਅਲਸ ਇਹ ਨਾ ਸਮਝਣ ਕਿ ਇਹਨਾਂ ਨੇ ਕੋਈ ਠੇਕਾ ਲੈ ਲਿਆ ਹੋਇਆ ਤੇ ਇਹਨਾਂ ਤੋਂ ਬਿਨਾਂ ਕੋਈ ਗੱਲ ਨਹੀਂ ਕਰੇਗਾ। ਉਹ ਕਹਿੰਦਾ ਤੁਸੀਂ ਜਿਨ੍ਹਾਂ ਨੇ ਜਾਣ ਬੁੱਝ ਕੇ ਅਰਥਾਂ ਦਾ ਅਪਮਾਨ ਕੀਤਾ ਹੈ, ਸ਼ਬਦ ਗਿਰਵੀ ਨਹੀਂ, ਸਮਾਂ ਗੱਲ ਆਪ ਕਰਦਾ ਹੈ, ਪਲ ਗੁੰਗੇ ਨਹੀਂ। ਫਿਰ ਉਹ ਜਿਵੇਂ ਵੀ ਕਰੇਗਾ, ਜਿਉਂ ਜੀ ਅਸੀਂ 80ਵਿਆਂ ਦੇ ਵਿੱਚ ਗੱਲਬਾਤ ਫਿਰ ਹੁੰਦੀ ਵੇਖੀ ਹੈ, ਉਹ ਹੁਣ ਜਿਹੜੇ ਪਾਸੇ ਉਹ ਗਈ ਹੈ ਉਹਦਾ ਨਾਲ ਸਾਨੂੰ ਮੈਂ ਬ੍ਰੇਕ ਲਈ ਰੁਕ ਰਿਹਾ। ਤੇ ਇਹ ਗੱਲ ਤਾਂ ਠੀਕ ਹੈ, ਇੱਥੇ ਤੱਕ ਮੈਂ ਸਹਿਮਤ ਹਾਂ ਕਿ ਸਮਾਂ ਤੇ ਗੱਲ ਕਰ ਰਿਹਾ, ਬੁੱਧੀਜੀਵੀ ਤੇ ਬੋਲ ਰਿਹਾ। ਹਾਂ ਠੀਕ ਹੈ, ਉਹ ਇੰਟੈਲੈਕਟ ਵਰਕਰ ਨਹੀਂ ਹੈ, ਉਹ ਇੱਕ ਆਰਗੈਨਿਕ ਇੰਟੈਲੈਕਚੁਅਲ ਹੈ ਤੇ ਉਹ ਤੇ ਸਟੇਜ ਤੋਂ ਬੋਲ ਰਿਹਾ, ਉਹ ਤੇ ਸਿੰਘੂ ਬਾਰਡਰ ਤੇ ਖੜਾ ਹੈ ਤੇ ਉਹ ਬੁੱਧੀਜੀਵੀ ਹੈ। ਮੇਰਾ ਸਿਰਫ ਇਹ ਸੀ ਕਿ ਜਿਨ੍ਹਾਂ ਨੇ ਇਹ ਧੰਦਾ, ਜਿਨ੍ਹਾਂ ਕੋਲੇ ਲੇਬਲ ਸੀ, ਜਿਨ੍ਹਾਂ ਕੋਲੇ ਬੈਨਰ ਸੀ, ਫੱਟਾ ਸੀ ਬੁੱਧੀਜੀਵੀ ਹੋਣ ਦਾ, ਉਹ ਕਿੱਥੇ ਖੜੇ ਨੇ। ਮੈਂ ਅੱਜ ਦੇ ਡਿਬੇਟ ਬਾਰੇ ਅੱਜ ਤੋਂ ਕੋਈ ਤਕਰੀਬਨ 40-50 ਸਾਲ ਪਹਿਲਾਂ ਲਿਖੀਆਂ ਤੁਹਾਨੂੰ 17 ਪੜ੍ਹ ਕੇ ਸੁਣਾਵਾਂਗਾ ਇਸ ਬ੍ਰੇਕ ਤੋਂ ਬਾਅਦ, ਕਿ ਸਾਡੇ ਡਿਬੇਟ ਲਈ ਸ਼ਾਇਦ ਉਹਨਾਂ ਨੇ ਲਿਖੀਆਂ ਸੀ ਜਾਂ ਪੰਜਾਬ ਦੇ ਬੁੱਧੀਜੀਵੀਆਂ ਲਈ ਲਿਖੀਆਂ ਸੀ, ਉਦੋਂ ਵਾਲਿਆਂ ਲਈ ਲਿਖੀਆਂ ਸੀ ਜਾਂ ਹੁਣ ਵਾਲਿਆਂ ਲਈ। ਆਫਟਰ ਦਿਸ ਬ੍ਰੇਕ। ਬ੍ਰੇਕ ਤੋਂ ਬਾਅਦ ਫਿਰ ਸਵਾਗਤ ਹੈ। ਚਰਚਾ ਕਰ ਰਹੇ ਹਾਂ ਬੁੱਧੀਜੀਵੀਆਂ ਬਾਰੇ, ਜਿਹੜੇ ਹਾਜ਼ਰ ਨੇ ਤੇ ਜਿਨ੍ਹਾਂ ਦੀ ਗੈਰ ਹਾਜ਼ਰੀ ਦੇ ਚਰਚੇ ਸਾਡੇ ਡਿਬੇਟ ਵਿੱਚ ਹੋ ਰਹੇ ਨੇ। ਸਾਡੇ ਨਾਲ ਚਰਚਾ ਵਿੱਚ ਸ਼ਾਮਿਲ ਨੇ ਪ੍ਰੋਫੈਸਰ ਰਾਜੇਸ਼ ਸ਼ਰਮਾ ਜੀ ਤੇ ਸੁਮੇਲ ਸਿੰਘ ਸਿੱਧੂ ਜੀ। ਇਹਨਾਂ ਦੇ ਆਪਣੇ ਬੁੱਧੀਜੀਵੀ ਹੋਣ ਬਾਰੇ ਕਿੰਨੇ ਕਲੇਮ ਨੇ, ਮੈਂ ਇਹਦੇ ਬਾਰੇ ਕੋਈ ਗੱਲ ਨਹੀਂ ਕਰ ਰਿਹਾ, ਉਹ ਤੁਸੀਂ ਇਹਨਾਂ ਦੀ ਗੱਲਬਾਤ ਤੋਂ ਅੰਦਾਜ਼ਾ ਲਾਣਾ। ਮੈਂ ਤੁਹਾਨੂੰ ਇਹ ਸੇਧ ਦਾ ਅੰਕ ਹੈ 1976 ਦਾ, ਅਸੀਂ ਇਸ ਮੈਗਜ਼ੀਨ ਦੀ ਗੱਲ ਕਰ ਰਹੇ ਸੀ। ਪੰਜਾਬੀ ਯੂਨੀਵਰਸਿਟੀ ਦੇ ਵਿੱਚ ਤਾਂ ਇਹਦੀਆਂ ਬਹੁਤ ਚਰਚਾਵਾਂ ਹੋਈਆਂ ਔਰ ਉੱਥੇ ਮੈਨੂੰ ਲੱਗਦਾ ਅਜੇ ਵੀ ਇਹਦੀ ਇੱਕ ਇੰਸਟੀਟਿਊਸ਼ਨਲ ਵੈਲਿਊ ਹੈ, ਅੱਜ ਵੀ ਇਹਦੇ ਰੈਫਰੈਂਸ ਨਾਲ ਗੱਲਬਾਤ ਕੀਤੀ ਜਾਂਦੀ ਹੈ। ਤੇ ਡਾਕਟਰ ਹਰਜੀਤ ਸਿੰਘ ਗਿੱਲ, ਜਿਨ੍ਹਾਂ ਦੇ ਲਿੰਗੁਇਸਟ ਨੇ, ਪੰਜਾਬ ਦੇ ਬੜੇ ਵੱਡੇ, ਇਸ ਦੇਸ਼ ਦੇ ਬੜੇ ਵੱਡੇ, ਜਿਨ੍ਹਾਂ ਦੇ ਬੁੱਧੀਜੀਵੀ ਹੋਣ ਬਾਰੇ ਘੱਟੋ ਘੱਟ ਕਿਸੇ ਕਿਸਮ ਦਾ ਕੋਈ ਪ੍ਰਸ਼ਨ ਚਿੰਨ੍ਹ ਨਹੀਂ ਹੈਗਾ। ਇਸ ਕਰਕੇ ਮੈਂ ਉਹਨਾਂ ਦੀਆਂ ਇਹ ਲਾਈਨਾਂ ਪੜ੍ਹ ਕੇ ਸੁਣਾ ਰਿਹਾ। ਇਹ 1976 ਦੇ ਵਿੱਚ ਉਹ ਸੇਧ ਦੇ ਵਿੱਚ ਛਪੀਆਂ ਨੇ। ਉਹ ਲਿਖ ਰਹੇ ਨੇ, ਅਸਲ ਗੱਲ ਭਾਊ ਇਹ ਹੈ ਕਿ ਪੰਜਾਬੀ ਖੇਤਰ ਵਿੱਚ ਨਿਰਖ ਪਰਖ ਵਾਲੀ ਆਲੋਚਨਾ ਦਾ ਤੇ ਕੋਈ ਮਸਲਾ ਹੀ ਨਹੀਂ, ਇਹ ਤਾਂ ਆਲੂ ਚਨੇ ਦੀ ਵਾਰਤਾ ਹੈ। ਅੱਗੋਂ ਇਸ ਦੀਆਂ ਕਈ ਕਿਸਮਾਂ ਨੇ, ਝੋਲੀ ਚੁੱਕ ਆਲੋਚਨਾ, ਖੋਤੇ ਖੁਰਕਣੀ ਆਲੋਚਨਾ, ਖੁਲਾਸਾ ਆਲੋਚਨਾ, ਪ੍ਰੇਮੀ ਪ੍ਰੇਮਿਕਾ ਵਾਲੀ, ਕੂਲੀ ਹੱਥ ਲਾਇਆ ਮੈਲੀ ਹੁੰਦੀ ਆਲੋਚਨਾ, ਹੀਰਾ ਵੀਰਾਂ ਵਾਲੀ ਆਲੋਚਨਾ ਤੇ ਅਖੀਰਲੀ ਕਿਸਮ ਦਾ ਨਾਮ ਹੈ ਸਿੱਧੀਆਂ ਯਬਲੀਆਂ ਮਾਰਨੀ ਆਲੋਚਨਾ। ਵਿਗਿਆਨਕ ਸਿਧਾਂਤ ਨਾਲ ਸੁਰ ਜੋੜਨ ਲਈ ਮੁੱਢ ਤੋਂ ਕੋਈ ਸ਼ੁਰੂ ਕਰੇ, ਪਹਿਲੋਂ ਊੜਾ ਐੜਾ ਪੜ੍ਹੇ ਫਿਰ ਪੁਸਤਕਾਂ ਵੱਲ ਆਏ। ਇਹ ਤੇ ਜੀ ਕੰਮ ਹੀ ਬੜਾ ਲੰਮਾ ਹੈ, ਸਾਡੇ ਕੋਲ ਨਾ ਇਹਦੇ ਲਈ ਸਮਾਂ ਹੈ, ਨਾ ਭਾਸ਼ਣ ਹੈ, ਨਾ ਸਾਧਨ ਹੈ ਕਿ ਅਸੀਂ ਕੋਈ ਇਕਾਗਰ ਤੇ ਗੰਭੀਰ ਅਧਿਐਨ ਕਰ ਸਕੀਏ। ਭਾਰਤ ਵਰਸ਼ ਸੁਤੰਤਰ ਦੇਸ਼ ਹੈ, ਇੱਥੇ ਹਰ ਕਿਸੇ ਨੂੰ ਆਪਣੇ ਅਗਿਆਨ ਦੇ ਪ੍ਰਸਾਰ ਦੀ ਪੂਰੀ ਖੁੱਲ੍ਹ ਹੈ। ਲਿਖ ਰਹੇ ਨੇ ਉਹ ਬੁੱਧੀਜੀਵੀਆਂ ਬਾਰੇ, ਉਹਨਾਂ ਨੇ ਲਿਖਿਆ ਹੈ ਕਿ ਸਾਡਾ ਵਿਦਿਅਕ ਢਾਂਚਾ, ਜਿਹੜਾ ਯੂਨੀਵਰਸਿਟੀਆਂ ਨੂੰ ਕ੍ਰੈਡਿਟ ਦੇ ਰਹੇ ਨੇ, ਸਾਡਾ ਸਾਰਾ ਵਿਦਿਅਕ ਢਾਂਚਾ ਟੈਕਨੀਸ਼ੀਅਨ ਪੈਦਾ ਕਰਨ ਲਈ ਤਾਂ ਠੀਕ ਹੈ, ਪਰ ਵਿਗਿਆਨ ਦਾ ਇਸ ਨਾਲ ਕੋਈ ਸੰਬੰਧ ਨਹੀਂ। ਤੇ ਖਤਮ ਉਹ ਗੱਲ ਕਰਦੇ ਨੇ ਕਹਿ ਕਿ 100 ਹੱਥ ਰੱਸਾ ਸਿਰੇ ਤੇ ਗੰਢ, ਮਾਫ ਕਰਨਾ ਕੋਟ ਥੋੜਾ ਲੰਬਾ ਹੈ ਤੇ ਮਜ਼ਾ ਬੜਾ ਆ ਰਿਹਾ ਪੜ੍ਹ ਕੇ। 100 ਹੱਥ ਰੱਸਾ ਸਿਰੇ ਤੇ ਗੰਢ, ਸਮੁੱਚੇ ਜੀਵਨ ਦੀ ਸਾਰ ਸਮਝਣ ਲਈ ਸਮੁੱਚੇ ਜੀਵਨ ਰੂਪ ਦਾ ਆਕਾਰ ਵੇਖਣਾ ਪੈਂਦਾ, ਜਿਸ ਵਾਸਤੇ ਵੱਖੋ ਵੱਖ ਰੂਪਾਂ ਦੇ ਸਾਂਝੇ ਮੇਲ ਮਿਲਾਪ ਦੀ ਲੋੜ ਹੈ, ਸਾਂਝੇ ਵਿਰੋਧ ਦੀ ਪਰਖ ਦੀ ਲੋੜ ਹੈ। ਤੇ ਸਾਧ ਸੰਗਤ ਦੀ ਗਿਆਤ ਲਈ ਇਹ ਵੀ ਦੱਸ ਦਿਓ ਕਿ ਵਿਚਾਰਾਂ ਦਾ ਵੀ ਕੋਈ ਰੂਪ ਹੁੰਦਾ ਤੇ ਇਹ ਮਸਲਾ ਵਿਚਾਰਾਂ ਦੀ ਪੱਧਰ ਤੇ ਹੀ ਹੱਲ ਹੋ ਸਕਦਾ। ਹੁਣ ਕੁਐਸਚਨ ਇਹ ਹੈ ਕਿ ਵਿਚਾਰਾਂ ਦੀ ਪੱਧਰ ਦੇ ਉੱਤੇ ਜਿਹੜਾ ਕੰਮ ਹੋ ਰਿਹਾ ਉਹਦੇ ਤੋਂ ਤੁਸੀਂ ਇਨਕਾਰੀ ਹੋ ਕਿ ਕੁਝ ਹੋ ਨਹੀਂ ਰਿਹਾ। ਸਮਾਜ ਆਪਣੀ ਆਸ ਰੱਖਦਾ ਹੈ ਆਪਣੇ ਬੁੱਧੀਜੀਵੀ ਤੋਂ। ਉਹਦੀ ਆਸ ਜੰਗ ਦੇ ਵਿੱਚ ਗਏ ਯੋਧੇ ਤੋਂ ਹੁੰਦੀ ਹੈ ਕਿ ਉਹ ਸ਼ਹਾਦਤ ਤੱਕ ਦੀ ਜਿਹੜੀ ਚਰਮ ਸੀਮਾ ਤੇ ਪਹੁੰਚ ਜਾਏਗਾ, ਪਰ ਉਹਦੇ ਵਿੱਚੋਂ ਜਿਹੜਾ ਸਮਾਜ ਨਿਖਰ ਕੇ ਆਣਾ ਹੈ ਉਹਦੀ ਸਕੈਲਟਲ ਰੂਪ ਰੇਖਾ ਤਾਂ ਕੋਈ ਬੁੱਧੀਜੀਵੀ ਬਣਾਵੇਗਾ। ਜੇ ਪਿੱਛੇ ਉਹ ਰੂਪ ਰੇਖਾ ਬਣਾਉਣ ਵਾਲਾ ਮੇਰਾ ਬੁੱਧੀਜੀਵੀ ਹੀ ਕੰਮ ਨਹੀਂ ਕਰ ਰਿਹਾ ਤਾਂ ਮੈਂ ਯੋਧੇ ਅੱਗੇ ਕਾਹਦੇ ਲਈ ਭੇਜ ਰਿਹਾ?
ਉਹ ਉੱਥੇ ਕਿਉਂ 8 ਮਹੀਨਿਆਂ ਤੋਂ ਬੈਠੇ ਨੇ? ਮੇਰਾ ਪੰਜਾਬੀ ਦਾ ਅੱਜ ਦਾ ਵਿਦਿਆਰਥੀ ਕਿਉਂ ਆਪਣੇ ਜੀਵਨ ਦੇ ਸੁਪਨਿਆਂ ਨਾਲ ਇੱਥੇ ਘੋਲ ਕਰੀ ਬੈਠਾ ਕਿ ਅਸੀਂ ਕੁਝ ਕਰਾਂਗੇ, ਜੇ ਉਹਦੇ ਰਹਿਨੁਮਾ ਬਾਰੇ ਤੁਸੀਂ ਇਹ ਤਸਵੀਰ ਪੇਸ਼ ਕਰ ਰਹੇ ਹੋ? ਡਿਕਲੇਅਰ ਡਾਰਕਨੈਸ। ਠੀਕ ਹੈ, ਦੇਖੋ ਬਾਬਾ ਫਰੀਦ ਨਾ ਪੰਜਾਬੀ ਸਭਿਅਤਾ ਦੇ ਮੋਢੀ ਚਿੰਤਕਾਂ ਦੇ ਵਿੱਚੋਂ ਨੇ, ਬਿਲਕੁਲ, ਬਲਕਿ ਮੁੱਢ ਉਹੀ ਬੰਦੇ ਨੇ ਤੇ ਉਹ ਇੱਕ ਗੱਲ ਕਹਿੰਦੇ ਆ, ਬੜਾ ਉਹਨਾਂ ਦਾ ਮਸ਼ਹੂਰ ਸ਼ਲੋਕ ਹੈ, ਉਹਨੂੰ ਜਰਾ ਬੁੱਧੀਜੀਵੀਆਂ ਦੇ ਨਾਲ ਜੋੜ ਕੇ ਦੇਖੀਏ ਕਿ ਗਲੀਏ ਚਿੱਕੜ ਦੂਰ ਕਰ, ਨਾਲ ਪਿਆਰੇ ਨੇ, ਚਲਾ ਤਾਂ ਭਿੱਜੈ ਕੰਬਲੀ, ਰਹਾਂ ਤਾਂ ਟੁੱਟੈ ਨੇ। ਅਸੀਂ ਆਪਣੀ ਕੰਬਲੀ ਬਚਾਉਣ ਦੇ ਲਈ ਬਹੁਤ ਤਿਆਰ ਹਾਂ, ਨੇ ਨੂੰ ਤੋੜਨ ਨੂੰ ਲਈ ਅਸੀਂ ਮਤਲਬ ਲੋਕਾਂ ਦੇ ਨਾਲੋਂ ਆਪਣਾ ਫਾਸਲਾ ਪਾਉਣਾ ਇਹ ਹੁਣ ਕੋਈ ਮੁੱਦਾ ਹੀ ਨਹੀਂ ਰਹਿ ਗਿਆ। ਯੂਨੀਵਰਸਿਟੀ ਕੈਂਪਸ ਦੇ ਵਿੱਚ ਆ ਜਾਣਾ, ਉੱਥੇ ਪੜ੍ਹਾਉਣ ਲੱਗ ਜਾਣਾ ਇੱਕ ਕਿਸਮ ਦਾ ਹੁਣ ਬਹੁਤ ਅੱਛਾ ਸ਼ੁਗਲ ਹੈ, ਇਹਦੇ ਉੱਤੇ ਕੋਈ ਵਜ਼ਨ ਨਹੀਂ ਪੈਂਦਾ ਔਰ ਕੋਈ ਵੱਡੀਆਂ ਗੱਲਾਂ ਨਿਭਾਉਣ ਦੀ ਲੋੜ ਨਹੀਂ। ਪਰ ਬਾਬਾ ਫਰੀਦ ਨੇ ਜਿਹੜੀ ਆ ਗੱਲ ਆਖ ਦਿੱਤੀ ਨਾ ਕਿ ਗਲੀਏ ਚਿੱਕੜ ਦੂਰ ਕਰ, ਯੂਨੀਵਰਸਿਟੀ ਆਉਣ ਦਾ ਤੇ ਮਤਲਬ ਇਹ ਹੋ ਗਿਆ ਕਿ ਨਾ ਹੁਣ ਗਲੀਆਂ 'ਚ ਚਿੱਕੜ ਰਹਿ ਗਿਆ, ਨਾ ਕੋਈ ਘਰ ਦੂਰ ਆ, ਬਿਲਕੁਲ ਟਿਕਾਣੇ ਤੇ ਆ ਆਸ਼ਿਕ ਦੇ ਘਰ ਜਾਣਾ। ਤੇ ਜਦੋਂ ਉੱਥੇ ਜਾਣਾ ਹੀ ਨਹੀਂ, ਕੋਈ ਤਰੱਦਦ ਹੀ ਨਹੀਂ ਕਰਨਾ, ਤੇ ਇਹਦਾ ਮਤਲਬ ਇਹ ਹੈ ਕਿ ਅਸੀਂ ਨਾਲ ਪਿਆਰੇ ਨੇਹ ਦੀ ਇੱਕ ਬੁਨਿਆਦੀ ਸ਼ਰਤ ਤੋਂ ਹੀ ਲਾਂਭੇ ਹੋ ਜਾ ਰਹੇ ਹਾਂ। ਅਸੀਂ ਤੇ ਪੰਜਾਬੀ ਜਾਂ ਬੁੱਧੀਜੀਵੀ ਹੋਣ ਦੇ ਇੱਕ ਪਹਿਲੇ ਸਰੋਕਾਰ ਤੋਂ ਹੀ ਤਿਲਕੇ ਪਏ ਆ। ਬਾਬਾ ਫਰੀਦ ਨੇ ਤਾਂ ਮੈਪ ਨਾਲ ਬਣਾ ਕੇ ਦਿੱਤਾ, ਨਾਲ ਬਣਾ ਕੇ ਦਿੱਤਾ ਸੀਗਾ, ਭਿਜਿਓ ਸਿਜਿਓ ਕੰਬਲੀ ਜੀ, ਅੱਲਾ ਵਰਸੇ ਮੇ, ਜਾਏ ਮਿਲਾ ਤਿਨਾ ਸੱਜਣਾ, ਟੁੱਟੈ ਨਾਹੀ ਨੇ। ਜੇ ਤੁਸੀਂ ਭਿੱਜ ਗਿਆ ਕੰਬਲ ਮੇਰਾ, ਆਈ ਐਮ ਡ੍ਰੈਂਚਡ, ਪਰ ਮੈਂ ਜਾ ਰਿਹਾ ਕਿਉਂਕਿ ਜੇ ਨਹੀਂ ਜਾਂਦੇ ਜੇ ਘਰੇ ਬੈਠੇ ਹੋ ਤੇ ਭਿੱਜੀ ਤੇ ਛਿੱਜੀ ਹੋਈ ਕੰਬਲੀ ਲੈ ਕੇ ਵੀ ਨਿਕਲਣਾ ਪਏਗਾ। ਜੇ ਘਰੇ ਬੈਠੇ ਹੋ ਤੇ ਦਿਲ ਟੁੱਟਿਆ, ਤੇ ਜੇ ਜਾਂਦੇ ਹੋ ਤਾਂ ਭਿੱਜੀ ਸਿੱਜੀ ਕੰਬਲੀ। ਹੁਣ ਆਪਾਂ ਉਹਦੀ ਗੱਲ ਕਰੀਏ ਜਿਹੜਾ ਇਸ ਗਲੀ ਦੇ ਦੂਜੇ ਪਾਸੇ ਜਿਹਦੇ ਘਰ ਜਾਣਾ ਹੈ, ਉਹ ਕਿਹੋ ਜੀ ਗੱਲ ਕਹਿ ਰਿਹਾ ਹੈ? ਗੁਰੂ ਨਾਨਕ ਜਾਓ ਤਾਂ ਪ੍ਰੇਮ ਖੇਲਣ ਕਾ ਚਾਓ, ਇਹ ਜਿਹਨੇ ਆਉਣਾ ਹੈ ਨਾਲ ਪਿਆਰੇ ਨੇਹ ਵਾਲੇ ਨੇ, ਜਾਓ ਤਾਂ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੋਰੀ ਆਓ। ਹੁਣ ਆਓ ਗਲੀ ਦੇ ਉੱਤੇ, ਔਰ ਅਗਲੀ ਉਹ ਜਿੱਥੇ ਗੱਲ ਕਹਿੰਦੇ ਆ ਪੰਜਾਬੀਆਂ ਨੂੰ ਪੱਕਾ ਕਰਵਾਉਂਦੇ ਆ, ਦ੍ਰਿੜ ਕਰਵਾਉਂਦੇ ਆ, ਵੀ ਇਹਨਾਂ ਨੂੰ ਇੱਕ ਅੱਧੀ ਵਾਰੀ ਗੱਲ ਆਖੀ ਨਹੀਂ ਸਮਝ ਲੱਗਦੀ। ਉਹ ਕਹਿੰਦੇ ਆ ਕਿ ਇਤਮਾਰਗ ਪੈਰ ਤਰੀ ਜਾਏ, ਸਿਰ ਦੀ ਜਾਏ, ਕਾਣ ਨਾ ਕੀ ਜਾਏ। ਮੈਂ ਕਹਿ ਰਿਹਾ ਕਿ ਇੰਟੈਲੈਕਚੁਅਲ ਹੋਣ ਦੇ, ਬੁੱਧੀਜੀਵੀ ਹੋਣ ਦੇ ਉਹਨਾਂ ਨੇ ਆ ਮਿਆਰ ਖੜੇ ਕਰਕੇ ਦਿੱਤੇ ਕਿ ਸਿਰ ਧੜਦੀ ਬਾਜ਼ੀ ਦੇ ਲਈ ਤਿਆਰ ਹੋ ਕੇ ਜਿਹੜਾ ਆਏਗਾ ਉਹੋ ਹੀ ਨਿਭ ਸਕੇਗਾ। ਔਰ ਗੁਰੂ ਅਰਜਨ ਸਾਹਿਬ, ਮੈਂ ਇਸ ਕਰਕੇ ਇਹਨਾਂ ਗੱਲਾਂ ਨੂੰ ਯਾਦ ਕਰਨਾ ਜ਼ਰੂਰੀ ਹੈ ਕਿ ਸਾਡੇ ਇਹਨਾਂ ਵੱਡੇ ਚਿੰਤਕਾਂ ਨੇ। ਸਮਾਂ ਤਾਂ ਹੁਣ ਹੈ ਨਾ, ਅੰਦੋਲਨ ਤਾਂ ਹੁਣ ਹੈ, ਬੇੜਾ ਬੰਦ ਨਾ ਸਕਿਓ ਬੰਧਨ ਕੀ ਬੇਲਾ, ਕੰਮ ਤੇ ਹੁਣ ਕਰਨ ਵਾਲਾ ਹੈ ਨਾ। ਮੈਂ ਇਹ ਕਹਿ ਰਿਹਾ ਕਿ ਜਿਹੜੇ ਬੰਦੇ ਗਲੀਏ ਚਿੱਕੜ ਦੂਰ ਘਰ ਤੋਂ ਬਚ ਰਹੇ ਨੇ, ਉਹ ਨਾ ਹੀ ਬੁੱਧੀਜੀਵੀ ਨੇ, ਨਾ ਹੀ ਉਹਨਾਂ ਦੇ ਵੱਲ ਵੇਖੋ ਜਿਨ੍ਹਾਂ ਨੇ ਕਰਨਾ ਹੈ। ਜੇ ਨਹੀਂ ਕੋਈ ਕਰੇਗਾ, ਆਪਾਂ ਗੱਲ ਕਰ ਚੁੱਕੇ ਹਾਂ ਕਿ ਜੇ ਇਹ ਨਹੀਂ ਕਰਨਗੇ ਤਾਂ ਸਮਾਂ ਆਪਣੀ ਗੱਲ ਫਿਰ ਆਪ ਕਰਦਾ ਹੈ। ਪਰ ਇਹਨਾਂ ਨੇ ਗੱਲ ਕਿਵੇਂ ਕਰਕੇ ਦਿਖਾਈ ਕਿ ਗੁਰੂ ਅਰਜਨ, ਗੁਰੂ ਤੇਗ ਬਹਾਦਰ ਸਾਹਿਬ ਆਪਣੇ ਸ਼ਬਦਾਂ ਦੇ ਲਈ ਸ਼ਹੀਦ ਵੀ ਹੋਏ। ਇਹ ਗਦਰੀਆਂ ਤੋਂ ਲੈ ਕੇ ਤੇ ਅਗਾਂਹ ਤੱਕ ਦਾ ਜਿਹੜਾ ਇਹ ਪੂਰਾ ਸਿਲਸਿਲਾ ਚੱਲਦਾ ਹੈ। ਉਸ ਚੀਜ਼ ਤੋਂ ਡਰ ਲੱਗਦਾ ਜਿਹੜਾ ਤੁਸੀਂ ਕਿਹਾ ਨਾ, ਸਮਾਂ ਫਿਰ ਆਪਣੀ ਗੱਲ ਆਪ ਕਰਦਾ ਹੈ। ਦੈਟ ਕੁਡ ਬੀ ਡੇਂਜਰਸ। ਜਿਸ ਵੇਲੇ ਇਹਦਾ ਮਤਲਬ ਇਹ ਡੇਂਜਰਸ। ਮੈਂ ਇੱਕ ਸੈਕਿੰਡ, ਮੇਰਾ ਤੁਸੀਂ ਸਵਾਲ ਵੀ ਨਾ ਲੈ ਲਓ। ਮੈਂ ਇਹ ਕਹਿ ਰਿਹਾ ਕਿ ਜਿਸ ਵੇਲੇ ਸਮਾਜ ਦੇ ਵਿੱਚ ਚਰਨਿੰਗ ਇਸ ਕਦਰ ਦੀ ਹੋਵੇ ਤੇ ਬੁੱਧੀਜੀਵੀ ਐਬਸੈਂਟ ਹੋਵੇ, ਫਿਰ ਜਦੋਂ ਸਮਾਂ ਆਪਣੀ ਗੱਲ ਆਪ ਕਰੇਗਾ, ਇਟ ਕੁਡ ਗੋ ਐਨੀਵੇਅਰ। ਫਿਰ ਤਾਂ ਕੁਝ ਵੀ ਹੋ ਸਕਦਾ, ਕਿਉਂਕਿ ਫਿਰ ਤਾਂ ਸ਼ੇਅਰ ਕਿਆਉਸ ਹੈ ਨਾ, ਫਿਰ ਤਾਂ ਸ਼ੇਅਰ ਕਿਆਉਸ ਹੈ। ਇੱਕ ਚੀਜ਼ ਤਾਂ ਆਪਾਂ ਮੰਨੀਏ ਕਿ ਬੁੱਧੀਜੀਵੀ ਆਪਣੇ ਆਪ ਨੂੰ ਪੈਦਾ ਨਹੀਂ ਕਰਦਾ, ਇੱਕ ਸਮਾਜ ਨੇ ਬੁੱਧੀਜੀਵੀ ਪੈਦਾ ਕਰਨੇ ਨਾ। ਇੱਕ ਅਸੀਂ ਇਹ ਵੀ ਪੱਖ ਦੇਖ ਲਈਏ ਵੀ ਉਹ ਕਿਹੜੇ ਹਾਲਾਤ ਹੈ ਜਿਹਦੇ 'ਚ ਅੱਜ ਬੁੱਧੀਜੀਵੀ ਨੂੰ ਪੈਦਾ ਹੋਣ ਨਹੀਂ ਦਿੱਤਾ ਜਾ ਰਿਹਾ। ਮੈਂ ਇੱਕ ਅਧਿਆਪਕ ਹਾਂ, ਮੈਂ ਜੇ ਦੇਖਦਾ ਵੀ ਐਸੇ ਬਹੁਤ ਸਾਰੇ ਵਿਦਿਆਰਥੀ ਹੈ ਜਿਹੜੇ ਸੁਪਨੇ ਲੈ ਕੇ ਚੱਲਦੇ ਆ, ਕੰਮ ਕਰਦੇ ਆ, ਪੜ੍ਹਦੇ ਆ, ਲਿਖਦੇ ਆ, ਸੋਚਦੇ ਆ, ਬਹੁਤ ਪ੍ਰੋਮਿਸਿੰਗ ਹੈ, ਲੇਕਿਨ ਇਹ ਸਿਸਟਮ ਐਸੇ ਬਣ ਗਏ ਕਿ ਉਹ ਕਿਤੇ ਵੀ ਨਹੀਂ ਜਾ ਸਕਦੇ। ਕਰ ਕੇ ਕੋਈ ਪੁਲਿਸ ਕਾਂਸਟੇਬਲ ਭਰਤੀ ਹੋ ਜਾਂਦਾ, ਕਿਸੇ ਨੂੰ ਉਹ ਵੀ ਨੌਕਰੀ ਨਹੀਂ ਮਿਲਦੀ, ਸਕੂਲ 'ਚ ਪੜ੍ਹਾਈ ਜਾਂਦਾ, ਕੋਈ ਕਾਲਜ 'ਚ ਜਾਂਦਾ ਤੇ 45 ਸਾਲ ਦੀ ਉਮਰ ਤੱਕ ਮੇਰੇ ਸਟੂਡੈਂਟ ਅਜੇ ਤੱਕ ਕੱਚੀਆਂ ਨੌਕਰੀਆਂ ਤੇ ਕੋਈ ਕੈਨੇਡਾ ਚਲਾ ਗਿਆ, ਕੋਈ ਉੱਥੇ ਜਾ ਕੇ ਜੂਸ ਵੇਚਦਾ ਪਿਆ। ਜਿਨ੍ਹਾਂ ਨੇ ਬੁੱਧੀਜੀਵੀ ਬਣਨਾ ਸੀ 90s ਦਾ, ਅਸੀਂ 70s ਦੀ ਗੱਲ ਕੀਤੀ ਹੈ, 90s ਤੋਂ ਐਸੀ ਦੁਨੀਆ ਇੱਥੇ ਸ਼ੁਰੂ ਹੁੰਦੀ ਹੈ। ਅਮਰੀਕਾ ਤੇ ਯੂਰਪ ਦੀ, ਮਤਲਬ ਬ੍ਰਿਟੇਨ ਦੀ 70s, ਹਿੰਦੁਸਤਾਨ 'ਚ 90s ਪਹੁੰਚਦਾ ਹੈ। 90s ਐਸੀ ਦੁਨੀਆ ਪੈਦਾ ਹੁੰਦੀ ਹੈ ਕਿ ਤੁਸੀਂ ਬੁੱਧੀਜੀਵੀ ਨੂੰ ਅਬੋਰਟ ਕਰ ਦਿੰਦੇ ਹੋ, ਪੈਦਾ ਹੀ ਨਹੀਂ ਹੁੰਦਾ। ਇਸ ਕਰਕੇ ਅਗਲੇ 10 ਸਾਲ ਬਾਅਦ ਕੀ ਹੋਏਗਾ ਤੁਸੀਂ ਉਹ ਸੋਚਿਓ ਕੀ ਹੁੰਦਾ। ਜਿਹੜੀ ਪੰਜਾਬ ਦੇ ਵਿੱਚ ਜਿਸ ਰੈਨਾਇਜ਼ਾਂ ਦੀ ਅਸੀਂ ਗੱਲ ਕਰ ਰਹੇ ਹਾਂ, ਜਿਹੜੀ ਪੁਨਰ ਜਾਗਰਤੀ ਦੀ ਲਹਿਰ ਹੈ, ਉਹ ਤਾਂ ਇਸੇ 90ਵਿਆਂ ਦੇ ਬਣਾਏ ਹੋਏ ਜਿਹੜਾ ਸਾਡੀ ਆਰਥਿਕਤਾ, ਬੌਧਿਕਤਾ ਦਾ ਜਿਹੜਾ ਸਰੂਪ ਹੈ, ਸਮਾਜ ਦਾ ਜਿਹੜਾ ਸਰੂਪ ਹੈ, ਇਸੇ ਨੂੰ ਉਹ ਚੈਲੰਜ ਵੀ ਕਰ ਰਹੀ ਹੈ। ਇਹ ਤਾਂ ਉਹਦਾ ਇੱਕ ਨਾਮ ਹੈ ਲੜਾਈ ਦਾ ਕਿ ਇਹ 3 ਖੇਤੀ ਬਿੱਲਾਂ ਦੇ ਖਿਲਾਫ ਹੈ। ਇੱਕ ਗੱਲ ਦੇਖ ਲਈਏ ਇੱਥੇ, ਤੁਹਾਡੀ ਗੱਲ ਦੇ ਨਾਲ ਜੋੜ ਕੇ ਮੈਂ ਕਰ ਰਿਹਾ
ਕਿ ਦੋ ਪੱਧਰ ਨੇ, ਇੱਕ ਤੇ ਖਾਂਦੇ ਪੀਂਦੇ ਪੰਜਾਬੀ ਜਿਨ੍ਹਾਂ ਦੇ ਬੱਚੇ ਬੱਚੀਆਂ ਪ੍ਰੋਫੈਸ਼ਨਲ ਕੋਰਸਸ ਕਰਦੇ ਨੇ, ਬਾਹਰ ਜਾਂਦੇ ਨੇ ਔਰ ਜਾਂ ਪੰਜਾਬੋਂ ਬਾਹਰ ਉਹ ਨੌਕਰੀਆਂ ਕਰਦੇ ਨੇ ਜਾਂ ਇੱਥੇ ਵਧੀਆ ਸੈਟਲ ਨੇ, ਆਪਾਂ ਉਹਨਾਂ ਦੀ ਗੱਲ ਨਹੀਂ ਕਰ ਰਹੇ ਕਿਉਂਕਿ ਉਹ ਵੀ ਬਹੁਤ ਟੈਕਨੋ ਮੈਨੇਜਰੀਅਲ ਕਿਸਮ ਦਾ ਕੰਮ ਕਰ ਰਹੇ ਨੇ। ਉਹਨਾਂ ਦੇ ਅੰਦਰ ਪੰਜਾਬ ਦਾ ਉਹ ਖੇੜਾ, ਉਹ ਵਿਜ਼ਨ, ਉਹ ਦ੍ਰਿਸ਼ ਹੀ ਨਹੀਂ ਹੈ ਜਿਹਦੇ ਨਾਲ ਕਿ ਉਹ ਆਪਣੇ ਆਪ ਨੂੰ ਪੰਜਾਬੀ ਆਖਣ। ਪੰਜਾਬੀ ਆਖਣ ਦੇ ਉਹਨਾਂ ਦੇ ਲਈ ਅਰਥ ਬੜੇ ਇਨਸਟਰੂਮੈਂਟਲ ਤੇ ਮਕੈਨੀਕਲ ਹੋ ਚੁੱਕੇ ਨੇ। ਆਪਾਂ ਉਹਨਾਂ ਦੀ ਗੱਲ ਕਰ ਰਹੇ ਹਾਂ ਜਿਹੜੇ ਘੱਟ ਪੜ੍ਹੇ ਲਿਖੇ ਨੇ, ਜਿਨ੍ਹਾਂ ਦੇ ਕੋਲ ਜਿਗਿਆਸਾ ਹੈ ਤਾਂ ਸਾਧਨ ਪੂਰੇ ਨਹੀਂ, ਜੇ ਸਾਧਨ ਹੈ ਤਾਂ ਸਿਖਲਾਈ ਪੂਰੀ ਨਹੀਂ। ਪੜ੍ਹਾਉਣ ਵਾਲੇ ਵੀ ਫਸਾ ਮਾਫ ਕਰਨਾ ਸਾਰੇ ਉਸ ਪੱਧਰ ਦੇ ਨਹੀਂ ਰਹੇ। ਬਿਲਕੁਲ ਠੀਕ, ਬਿਲਕੁਲ ਠੀਕ। ਜਿੱਥੇ ਇਹ ਹੋਵੇ ਤਾਂ ਉਸ ਸਿਖਲਾਈ ਦੇ ਵਿੱਚ ਖੱਬੇ ਪੱਖ ਨੂੰ ਵੀ ਜਾਂ ਕਿਸੇ ਵੀ ਪੱਖ ਕੇ ਅਸੀਂ ਜੀ ਕੋਈ ਪ੍ਰਤੀਬੱਧਤਾ ਨਿਭਾਉਣੀ ਹੈ ਆਪਣੀ ਲੋਕਾਂ ਦੇ ਨਾਲ, ਆਪਣੀ ਧਰਤੀ ਦੇ ਨਾਲ, ਉਹਦੀ ਵੀ ਇੱਕ ਸਿਖਲਾਈ ਹੁੰਦੀ ਹੈ। ਬਿਲਕੁਲ ਠੀਕ। ਉਹਦਾ ਵੀ ਇੱਕ ਤਰੀਕਾ ਹੁੰਦਾ, ਮੈਥਡ ਹੁੰਦਾ ਹੈ, ਉਹ ਧੱਕੇ ਨਾਲ ਨਹੀਂ ਨਿਭਾਈ ਜਾਂਦੀ ਹੁੰਦੀ। ਸਾਡੇ ਇੱਥੇ ਇੱਕ ਇਹ ਬਹੁਤ ਹੋਣ ਲੱਗ ਗਿਆ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਮਿਸਾਲ ਦਿੰਦਾ। ਬਿਲਕੁਲ ਸਮਾਂ ਖਤਮ ਹੈ। ਯੂ ਜਸਟ ਹੈਵ 15-20 ਸੈਕਿੰਡਸ। ਮੈਨੂੰ ਨਾਲ ਇੱਕ ਇਹ ਵੀ ਤੁਸੀਂ ਦੱਸ ਦੇਣਾ, ਮੈਂ ਤੁਹਾਡੀ ਗੱਲਾਂ ਬਹੁਤ ਇੰਟਰਸਟਿੰਗ ਹੈ, ਮੇਰਾ ਤੇ ਦਿਲ ਕਰਦਾ ਇਹ ਪਤਾ ਨਹੀਂ ਕਿਉਂ ਅਸੀਂ ਅਜੇ ਇੰਟੈਲੈਕਚੁਅਲਿਜ਼ਮ ਦੀ ਉਹ ਟਰਫ ਹੀ ਨਹੀਂ ਬਣਾਈ ਜਿੱਥੇ ਇਸ ਕਿਸਮ ਦੇ ਡਿਬੇਟ ਕਈ ਘੰਟੇ ਹੀ ਜਾਰੀ ਰਹਿਣ ਤੇ ਬਿਨਾਂ ਐਂਕਰਾਂ ਤੋਂ ਹੋਣ। ਤੇ ਜ਼ਰਾ ਰੱਬ ਜ਼ਿਆਦਾ ਮਿਹਰ ਕਰੇ ਇਹੋ ਜਿਹੇ ਡਿਬੇਟਾਂ ਦੇ ਉੱਤੇ, ਬਰਕਤ ਪਵੇ। ਮੈਨੂੰ ਇਹ ਦੱਸੋ ਕਿ ਇਹ ਕੇਵਲ ਹੁਣ ਇੱਕ ਆਰਥਿਕ ਨਿਜ਼ਾਮ ਦੀ ਲੜਾਈ ਦੇ ਜਿਹਦੇ ਸਿਰ ਇਹਨਾਂ ਨੇ ਭਾਂਡਾ ਭੰਨਿਆ ਹੈ ਕਿ ਆਰਥਿਕ ਨਿਜ਼ਾਮ ਉਹੋ ਜਿਹਾ ਬਣ ਗਿਆ ਤੇ ਜਿਹਦੇ ਵਿੱਚ ਇਹ ਪ੍ਰੋਬਲਮ ਆ ਗਈ ਹੈ, ਤੇ ਜੇ ਲੜਾਈ ਹੁਣ ਜਿਹੜੀ ਹੋ ਵੀ ਰਹੀ ਹੈ ਉਹ ਵੀ ਕੀ ਕਿਧਰੇ ਸਿਰਫ ਆਰਥਿਕ ਨਿਜ਼ਾਮ ਦੇ ਉੱਤੇ ਹੀ ਤਾਂ ਨਹੀਂ ਕੇਂਦਰਿਤ ਹੁੰਦੀ ਜਾ ਰਹੀ, ਇੱਕ ਸਮੁੱਚੇ ਮਨੁੱਖ ਦੀ ਹੋਣੀ, ਮਨੁੱਖ ਦੀ ਸਮੁੱਚ ਦੇ ਵਿੱਚ ਜਿਹੜੀ ਬਣਤਰ ਹੈ, ਟਰੁੱਥ ਐਜ਼ ਅ ਹੋਲ ਟੂ ਬੋਰੋ ਫਰਮ ਹੈਗਲ, ਉਹ ਉਸ ਪ੍ਰਿਜ਼ਮ ਥਾਣੀ ਵੀ ਅਸੀਂ ਦੇਖ ਸਕਦੇ ਹਾਂ ਕਿ ਇੱਕ ਇੰਟੈਲੈਕਚੁਅਲ ਗੈਪ ਕਿੱਥੇ ਹੀ ਪਿਆ। ਮੈਂ ਆਖਾਂ ਇੱਕ ਗੱਲ ਇਹਦੇ ਵਿੱਚ, ਬਾਬਾ ਫਰੀਦ ਤੇ ਗੁਰੂ ਨਾਨਕ ਦੋਵੇਂ ਆਪਣੇ ਦੌਰ ਦੀਆਂ ਕਾਸਮੋਪੋਲੀਟਨ ਲੈਂਗੁਏਜਸ ਦੇ ਬਹੁਤ ਵੱਡੇ ਮਾਸਟਰ ਸਨ। ਗੁਰੂ ਨਾਨਕ ਤੇ ਸਟੇਟ ਦੇ ਕਰਿੰਦੇ ਸਨ, ਠੀਕ ਆ, ਲੋਧੀਆਂ ਦੀ ਸਟੇਟ ਦੇ। ਬਾਬਾ ਫਰੀਦ ਦਾ ਵੀ ਦਰਜਾ ਬਹੁਤ ਉੱਚਾ ਸੀ। ਦੋਵੇਂ ਜਣੇ ਉਹਨੂੰ ਛੱਡ ਕੇ ਪੰਜਾਬੀ ਦੇ ਵਿੱਚ ਲਿਖਣਾ ਕਿਉਂ ਸ਼ੁਰੂ ਕਰਦੇ ਆ? ਕਿਉਂਕਿ ਉਹ ਲੋਕਾਂ ਦੇ ਨਾਲ ਜੁੜੇ ਹੋਇਆ, ਨਾਲ ਪਿਆਰੇ ਨੇ ਵਾਲੀ ਗੱਲ ਫੰਡਾਮੈਂਟਲ ਹੈ। ਇਸ ਕਰਕੇ ਪ੍ਰੋਫੈਸਰ ਰਾਜੇਸ਼ ਸ਼ਰਮਾ ਜਿਹੜੀ ਸਾਧਨਾ ਦੀ ਘਾਟ ਦੀ ਗੱਲ ਕਰ ਰਹੇ ਨੇ ਤੇ ਇੱਕ ਸਮਾਜ ਦੇ ਅੰਦਰੋਂ ਇਸ ਸਪੇਸ ਦੇ ਘਟ ਜਾਣ ਦੀ ਗੱਲ ਕਰ ਰਹੇ ਨੇ, ਉਹਦੇ ਨਾਲ ਬਿਲਕੁਲ ਸਹਿਮਤ ਹੁੰਦਾ ਹੋਇਆ ਵੀ ਮੈਂ ਇਹ ਗੱਲ ਕਹਿ ਰਿਹਾ ਕਿ ਜੇ ਨਾਲ ਪਿਆਰੇ ਨੇ ਹੈ ਤਾਂ ਸਾਨੂੰ ਰਾਹ ਵੀ ਲੱਭਣ ਦੇ ਵੱਲ ਉਨੀ ਊਰਜਾ ਲਾਉਣੀ ਚਾਹੀਦੀ ਹੈ ਕਿ ਕਿੱਥੇ ਪਈ ਹੈ ਇਹ ਗੱਲ। ਅਸੀਂ ਇਹਨੂੰ ਛੱਡ ਨਹੀਂ ਸਕਦੇ, ਇਹਨੂੰ ਇੱਕ ਚੈਲੰਜ ਜਾਂ ਚੁਣੌਤੀ ਦੇ ਤੌਰ ਦੇ ਉੱਤੇ ਲਈਏ। ਬੁੱਧੀਜੀਵ ਦੀ ਚੁਣੌਤੀ ਇਹ ਹੈ ਕਿ ਨਿਜ਼ਾਮਾਂ ਦੇ ਬਾਵਜੂਦ ਵੀ ਉਹਨੇ ਥਾਂ ਕਿੱਦਾਂ ਬਣਾਉਣੀ ਹੈ। ਜਦੋਂ ਮੈਂ ਆਊਟਸਾਈਡਰ ਦੀ ਗੱਲ ਕਰਦਾ ਨਾ, ਇਹੀ ਹੈ ਉਹ ਕਿ ਉਹ ਪਿੱਛੇ ਖੜਾ ਹੋ ਕੇ ਹਟ ਕੇ ਫਿਰ ਵੀ ਆਪਣੀ ਥਾਂ ਕਿੱਦਾਂ ਬਣਾਏਗਾ ਔਰ ਸਮਾਜ ਨੂੰ ਰਸਤਾ ਕਿੱਦਾਂ ਦੇਗਾ। ਥੈਂਕ ਯੂ ਸੋ ਮਚ। ਡੋਂਟ ਇਵਨ ਡ੍ਰੀਮ, ਮਤਲਬ ਸੁਪਨਾ ਵੀ ਨਾ ਲੈਣਾ ਕਿ ਮੈਂ ਇਸ ਕਿਸਮ ਦੀ ਗੱਲਬਾਤ ਨੂੰ ਕਿਸੇ ਤਰੀਕੇ ਨਾਲ ਸਮਰਾਈਜ਼ ਕਰਕੇ ਡਿਬੇਟ ਦੀ ਕਲੋਜ਼ਿੰਗ ਕਰਾਂਗਾ। ਆਲ ਦੈਟ ਇਜ਼ ਲੈਫਟ ਫॉर ਮੀ ਇਜ਼ ਟੂ ਥੈਂਕ ਬੋਥ ਆਫ ਯੂ। ਅੱਜ ਲਈ ਇੰਨਾ ਹੀ, ਧੰਨਵਾਦ ਤੇ ਰੱਬ ਰਾਖਾ।